साहिब जीओ। गुरु नानक अंगद गुरु अमरदास पदवंद। रामदास अर्जन गुरु वर श्री हर गोविंद। हरि राय हर कृष्ण गुरु तेग बहादुर चंद। दसवें गोविंद सिंह गुरु नमो चरण अरविंद। श्री गुरु शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तिह प्रसाद सच हो। वाहिगुरु जी की फतेह विघ्न विनाशन सो। वाहिगुरु जी की फतेह विघ्न विनाशन सो। वाहिगुरु साहिब जीओ दोहरा। त्यार भये श्री सतगुरु चल पहुँचे तिस काल। साधु रूपा दान मिल बंदत प्रेम विशाल। त्यार भये श्री सतगुरु वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, गुरु महाराज की कृपा नाल रहमत ते बख्शिश नाल अमृत वेले तो ही सुंदर दीवान सज रहा है। गुरबाणी स्वरूप सतगुरु साहिब जी की प्रकाश सेवा हुई है। उपरंत गुरबाणी दे पाठ ते कीर्तन होया है। आपां रल मिल के छेवें पातशाह सतगुरु हरगोबिंद साहिब जी का चल रहा इतिहास प्रसंग लड़ीवार रूप विच सरवण कर रहे हाँ। जिस तरह आप जी कंगड़ तो चलते चलाते हुए सिख सूरवीरां नूं नाल लैके जिथे अजकल गुरुद्वारा कल्याणसर साहिब सभाएमान है, लड़ाई के नगर तो बाहर बाहर इत्थे आप जी पहुंचे सन। वो इतिहास विच प्रसंग आपां कल ते परसों बड़े विस्तार नाल सुनिया है। भावें नगर का नाम नहीं आंदा है, सिर भी इत्थे भी उजारी उजाड़ सी, ज्यादा दरख्त सी, संघना बन सी। इस करके जानी पता नहीं चलता इतिहास राही भी कित्थों दा प्रसंग है। ये इतिहास ये स्थान प्रगट किने किया भी ये गुरु महाराज जी इत्थे आके आ कुछ किया है। जिवें गुरु रामदास महाराज जी ने अपने मुखारबिंद तो कहा है ना, जिथे जाए वह मेरा सतगुरु सो थान सुहावा राम राजे। गुरसिखी सो थान पालिया।
ਵੀ ਉਹ ਐਸਾ ਜਿਹੜਾ ਸੋਭਨੀਕ ਥਾਂ ਹੈ ਉਹ ਗੁਰਸਿੱਖਾਂ ਨੇ ਲੱਭ ਲਿਆ ਹੈ। ਇਹ ਜਿੱਥੇ ਵੀ ਕਵਲ ਫੁੱਲ ਖਿੜਿਆ ਹੋਵੇ ਉੱਥੇ ਭੋਰੇ ਨੂੰ ਦੂਰੋਂ ਖੁਸ਼ਬੂ ਆ ਜਾਂਦੀ, ਉਹਨੂੰ ਪਤਾ ਚੱਲ ਜਾਂਦਾ ਹੈ ਉੱਥੇ ਉਡਾਰ ਕੀ ਹੋਏ ਵਾਰੀ ਚਲੀ ਜਾਂਦਾ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਗੁਰੂ ਮਹਾਰਾਜ ਨੇ ਚਰਨ ਪਾਏ, ਸਾਨੂੰ ਸੋਭਨੀਕ ਕੀਤਾ, ਉਹਨਾਂ ਅਸਥਾਨਾਂ ਨੂੰ ਗੁਰੂ ਕੇ ਸਿੱਖਾਂ ਨੇ ਲੱਭਿਆ ਹੈ, ਮਹਾਤਮਾ ਨੇ ਲੱਭਿਆ ਹੈ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਜਿੱਥੇ ਉਹ ਮਸੂਆਣਾ ਸਾਹਿਬ ਅਸਥਾਨ ਸੁਭਾਏਮਾਨ ਹੈ, ਇੱਥੇ ਆਪ ਜੀ ਨੇ ਉਸ ਸਰੋਵਰ ਦਾ ਟੱਕ ਲਗਵਾਇਆ ਸੀ। ਗੁਰਸਿੱਖ ਕਹਿਣ ਲੱਗੇ ਕਿ ਮਹਾਰਾਜ ਵੀ ਸਰੋਵਰ ਦਾ ਨਾਂ ਰੱਖੋ। ਕਹਿਣ ਲੱਗੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਦਾਸ ਕਰਕੇ ਹੁਕਮਨਾਮਾ ਲਓ, ਜੋ ਗੁਰੂ ਮਹਾਰਾਜ ਹੁਕਮ ਕਰਨਗੇ ਪ੍ਰਗਟ ਗੁਰਾਂ ਕੀ ਦੇ ਉਹ ਨਾਂ ਸਰੋਵਰ ਦਾ ਰੱਖ ਦੇਵਾਂਗੇ। ਉਹ ਹੁਕਮਨਾਮਾ ਆ ਗਿਆ ਧਨਾਸਰੀ ਰਾਗ ਵਿੱਚੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਜੁਗੈ ਨਹੀਂ ਦੂਰੇ। ਕਹਿਣ ਲੱਗੇ ਵੀ ਇਹਦਾ ਨਾਂ ਗੁਰ ਸਾਗਰ ਸਰੋਵਰ ਹੋਊਗਾ। ਬਾਕੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਅਸਥਾਨ ਹੈ। ਉਹਨਾਂ ਨੇ ਇੱਥੇ ਮੁਬਾਰਕ ਚਰਨ ਪਾਏ ਨੇ। ਫਿਰ ਉਹ ਗੁਰਸਿੱਖਾਂ ਨੇ ਸ਼ਰਧਾਲੂ ਨੂੰ ਪੁੱਛ ਲਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਕੀ ਕੌਤਕ ਕੀਤਾ। ਜਿਵੇਂ ਭੂਮੀ ਚੋਰ ਰਾਹੀਂ ਰਾਜੇ ਨੂੰ ਲੱਗਣ ਲੱਗੀ ਸੀ ਤੇ ਸ਼ਰਧਾਲੂ ਬਣ ਗਿਆ ਸੀ, ਉਹਦੇ ਘਰ ਸੰਤਾਨ ਹੈ ਨਹੀਂ ਸੀ ਤੇ ਗੁਰਸਿੱਖ ਅੱਗੇ ਬੇਨਤੀ ਕਰਦੀ। ਉਹਨੇ ਕਹਿ ਦਿੱਤਾ ਸੀ ਵੀ ਹਾਂ ਤੇਰੇ ਘਰ ਦੇ ਵਿੱਚ ਸੁਪੁੱਤਰ ਹੋਵੇਗਾ। ਉਸ ਵੇਲੇ ਯਾਨੀ ਰਾਜੇ ਦੀ ਪ੍ਰੀਖਿਆ ਕਰਨ ਵਾਸਤੇ ਵੀ ਇਹ ਕਿ ਗੁਰੂ ਕੇ ਸਿੱਖ ਤੇ ਇੰਨੇ ਚਾਅ ਰੱਖਦਾ ਹੈ ਕਿ ਗੁਰੂ ਕੇ ਸਿੱਖ ਨੇ ਕਿਹਾ ਵੀ ਤੇਰੇ ਬੱਚਾ ਹੋਊਗਾ, ਸੁਪੁੱਤਰ ਹੋਊਗਾ। ਉਹ ਹੋ ਗਈ ਲੜਕੀ। ਇਹ ਸਾਰੇ ਕਹਿੰਦੇ ਵੀ ਲੜਕੀ ਹੋਈ ਹੈ। ਰਾਜਾ ਕਹਿੰਦਾ ਵੀ ਜੋ ਸਿੱਖ ਨੇ ਬਚਨ ਕਹਿਤਾ ਨਾ ਉਹ ਨਹੀਂ ਸਕਣਾ, ਸਾਨੂੰ ਲੜਕੀ ਦਿਸ ਰਹੀ, ਅਸਲ ਵਿੱਚ ਇਹ ਲੜਕਾ ਹੈ, ਸੁਪੁੱਤਰ ਹੈ। ਵੱਡਾ ਹੋਇਆ, ਜਿਹੜੇ ਕੱਪੜੇ ਉਹ ਸਾਰੇ ਲੜਕਿਆਂ ਵਾਲੇ ਉਹਦੇ ਪੁਆਏ, ਰਾਜ ਨਾਲ ਲੈ ਕੇ ਚੜ੍ਹਦਾ। ਜਦੋਂ ਵਿਆਹ ਦੇ ਯੋਗ ਹੋਇਆ ਉਸ ਵੇਲੇ ਕਿਸੇ ਲੜਕੀ ਦੇ ਨਾਲ ਸੰਬੰਧ ਕਰ ਦਿੱਤਾ ਲੜਕਾ ਜਾਣ ਕੇ। ਸਾਰੇ ਵਜ਼ੀਰ ਵੀ ਬਾਕੀ ਵੀ ਲੋਕ ਹੈਰਾਨ ਪਰੇਸ਼ਾਨ ਵੀ ਰਾਜਾ ਮੂਰਖ ਹੋਇਆ, ਕਮਲਾ ਹੋਇਆ, ਕੀ ਕਰੀ ਜਾਂਦਾ ਹੈ ਵੀ ਲੜਕੀ ਨਾਲ ਲੜਕੀ ਦੀ ਕਿਤੇ ਸ਼ਾਦੀ ਹੋਈ ਅਜ ਤੱਕ? ਮਾਮਾ ਜੀ ਕੱਲ ਦਾ ਪੁੱਠਾ ਸਿੱਧਾ ਜਿਹਾ ਕੰਮ ਸ਼ੁਰੂ ਹੋ ਗਿਆ। ਉਸ ਵੇਲੇ ਮਰਜ਼ਾਦਾ ਹੈਗੀ ਸੀ ਵੀ ਨਹੀਂ ਐਸਾ ਨਹੀਂ ਹੁੰਦਾ, ਹੈ ਵੀ ਐਸਾ ਨਹੀਂ ਹੈ ਕਿਉਂਕਿ ਹਰ ਪਾਸੇ ਨਰਮਦੀਨ ਹੈ। ਪਸ਼ੂ ਪੰਛੀਆਂ ਵਿੱਚ ਵੀ ਨਰਮਦੀਨ ਹੈਗੇ, ਕੀੜਿਆਂ ਮਕੌੜਿਆਂ ਮੱਖਰ ਮੱਛੀ ਵਿੱਚ ਵੀ, ਮਨੁੱਖਾਂ ਵਿੱਚ ਵੀ, ਦੇਵੀ ਦੇਵਤਿਆਂ ਵਿੱਚ ਵੀ, ਦੈਤਾਂ ਰਾਖਸ਼ਾਂ ਵਿੱਚ ਰਾਖਸ਼ਣੀਆਂ ਹੈਗੀਆਂ। ਉਹ ਸਭ ਥਾਵੇਂ ਪਰਮੇਸ਼ਰ ਨੇ ਜੋੜਾ ਰੱਖਿਆ। ਅੱਖਾਂ ਦੇਖੋ ਦੋ ਨੇ, ਕੰਨ ਦੇਖੋ ਦੋ ਨੇ, ਨੱਕ ਦੀਆਂ ਨਾਸਾਂ ਦੇਖੋ ਦੋ ਨੇ, ਇੱਕ ਲਘੂ ਸ਼ੰਕਾ ਵਾਲੀ ਹੈ, ਇੱਕ ਲੈਟਰਿਨ ਦੀ ਕਿਰਿਆ ਕਰਨ ਵਾਲੀ ਹੈ, ਹਰ ਇੱਕ ਪਾਸੇ ਦੋ ਹੈਗੇ। ਇਸ ਕਰਕੇ ਵੀ ਲੜਕੀ ਨਾਲ ਲੜਕੀ ਵਿਆਹ ਰਿਹਾ ਹੈ। ਜਦੋਂ ਉੱਥੋਂ ਦੇ ਰਾਜੇ ਨੂੰ ਪਤਾ ਚੱਲਿਆ ਉਹ ਕੀ ਕਹੂ ਇਸ ਨੂੰ ਵੀ ਤੂੰ ਇਹ ਭੜੂਆ ਕੀ ਕੀਤਾ। ਰਾਜਾ ਹੁਣ ਹੱਠ ਕਰਦਾ ਹੈ ਵੀ ਇਹ ਕਿਵੇਂ ਜਿੱਦ ਅਵਰੋਰ ਹੋਊਗੀ। ਰਾਣੀ ਵੀ ਬੇਚੈਨ ਵਿਚਾਰੀ, ਰਾਜੇ ਤੇ ਹੁਣ ਬਸ ਕੋਈ ਨਹੀਂ ਚੱਲ ਸਕਦਾ ਸੀ। ਅਖੀਰੀ ਬਰਾਤ ਚੜ ਪਈ, ਉਹ ਲਾੜਾ ਬਣ ਕੇ ਲੜਕੀ ਚੜ ਪਈ ਘੋੜੇ ਤੇ। ਜਾ ਰਹੇ ਹੈ
जिथे आ मसूआं वाला गुरुद्वारा बनया ना गुरसागर साहब, इधर नूं किते हरन निकले आया, रे मगरों लड़की ने फिर घोड़ा ला दिता, हीरा हरन अगे चलिया गया, वो बियाबान विच अगे लुक गया। ते की देखिया, गुरु नानक साहब जी उत्थे बैठे है। जो लड़की ने उतर के गुरु नानक साहब जी ने शरधा नाल मत्था टेक दिता। गुरु महाराज कहते आओ कुबरेश, कुबरेश जाना कुबरेशी कहते आया कि विराज टिक्के राज भाग दे मालक, आओ बैठो। जो नारी ते जो पुरख करावे पुरखन ते जो नारी, जिवें कबीर साहब जी ने कहा भी परमेश्वर सब कुछ कर सकता है। फिर रब की होया, गुरु की होया, जिहड़ा नहीं गल होने वाली वो ना कर सके। वह इन्ना बचन किया आओ कमरेश बैठो। उदों ही वो लड़का सो कहते भी हाँ गुरु नानक साहब जी ने इत्थे जिहड़ा सिख दा वचन है भी उहदे ते राजे ने भरोसा कीता सी, वो वचन पूरा करन वास्ते गुरु नानक साहब जी ने कला वरताई सी। लड़की तो लड़का वचन नाल कर दिता, क्यों गुरु नानक साहब जी इत्थे आए ने। इस तरह जानी जिहड़े गुरु के सिख संत महात्मा है वो फिर इन्हां अस्थानां नूं लभ लैंदे, फिर अपने समाधि विच स्थित हो के गुरु महाराज तो पुछ के भी महाराज इत्थे किवें आप जी ने चन्न पाए की चोज कीता सी, पुछ पुछा लैंदे ने। जिवें रामपुर वाले खेड़े वाले बाबा हरनाम सिंह जी चंगे महात्मा होए, हुण भी उत्थे नाम अभ्यास दा चंगा चलदा है, लंगर बहुत वधिया, इमारतां बहुत है, सोहना प्रबंध है। उन्होंने जदों कोई महान कारज होना कहते भी गुरु नानक साहब सतगुरां नूं पुछांगे फिर करांगे। वह जब तब करना शुरू कर देंदे, तड़के उठ के अखां मीच के बह जांदे समाधि विच। फिर जदों गुरु महाराज वालों इशारा हुंदा भी इउं कर लो, कहते हाँ भी ऐ कर लो, महाराज ने इउं कहा है, यानी वो पुछ पुछा के सारा कर दे। इस तरह कई बारी वो जाप साहब की बाणी संबंध विच भी बचन सुनाया करदे भी जिन्हें भाई सतगुरु दीआं खुशियां लैणियां 5 बाणियां पूरियां पढ़े अमृत वेले, नहीं तो जे कदी घट पड़ी ना जाप जूप शब्द नाराज रहणगे महाराज। कई बारी हुंदा नहीं औखा है जी पढ़ना, ये जी साडे जवानी याद नहीं हैगा, इहो जे बहाने मारदे। वो फिर दस्या करदे सी भी असीं नहीं पढ़दे सी, बाकी बाणी पढ़ लैंदे, साडे कंठ है नहीं सी। एक बारी असीं समाधि विच बैठे सी, गुरु कलगीधर जी 5 प्यारिਆਂ सहित घोड़े उपर चढ़े चढ़ाए अगे नूं जा रहे सी। असीं समाधि विच बैठे हाथ जोड़ के फतेह बुलाई ते गुरु गोबिंद सिंह साहब जी मूँह जा पासे नूं करके लंघे, फतेह मन्नी नहीं। असीं वो 5 प्यारिਆਂ तो पुछ लिया भी महाराज ने साडी फतेह नहीं मन्नी, कहते तू गुरु का हुक्म नहीं पूरा मनता है, महाराज नाराज है तेरे से। महाराज कारण की गलती होगी, कहते तू जपजी साहब का नितनेम नहीं बाणी नाल करदा। कहन लग्या भी वो तो मेरे जवानी याद नहीं हुंदा, इस करके रह जाता है। कहते तू गुरु काशी चलिया जा, लिखण सर गुरुद्वारे चलिया जा, उत्थे कड़ाह प्रसादी दे करके महाराज अगे अरदास कर दे। उत्थे महाराज दे भररू बचन है प्रगट हमारी काशी, यहाँ बड़ा ढोर मत दासी भी, ढोर बुद्धि वाले पशु बुद्धि वाले भी इत्थे पढ़ जाया करनगे। उत्थे 35 लेकर अरदास करा, महाराज को गल कह भी महाराज मेरी पशु बुद्धि है, स्वश बुद्धि बख्शो मैनू। महाराज बख्शो तेरे जवान याद हो जाएगा। कहते आना तो बचन सुन के फिर सीधे असी गुरु काशी गए, कड़ा प्रसादी दे करके
ਅਰਦਾਸ ਕਰਕੇ ਲੱਗ ਗਏ ਜਾਪ ਸਾਹਿਬ ਯਾਦ ਕਰਨ। ਜਿਹੜਾ ਕਹਿੰਦੇ ਸਾਰੀ ਜ਼ਿੰਦਗੀ ਨਹੀਂ ਯਾਦ ਹੋਇਆ ਸੀ ਉੱਥੇ ਥੋੜੇ ਜਿਹੇ ਹੀ ਹੋ ਗਿਆ। ਕਹਿੰਦੇ ਫੇਰ ਇੱਕ ਵਾਰੀ ਦਰਸ਼ਨ ਹੋਏ, ਫੇਰ ਮਹਾਰਾਜ ਨੇ ਖੁਸ਼ ਹੋ ਕੇ ਸਾਡੀ ਫਤਿਹ ਮੰਨੀ ਕਿ ਹਾਂ ਤੂੰ ਹੁਣ ਪੂਰਾ ਨਿਤਨੇਮ ਕਰਦਾ, ਪੂਰਾ ਬਚਨ, ਪੂਰਾ ਹੁਕਮ ਮੰਨਦਾ ਹੈ। ਇਸ ਤਰ੍ਹਾਂ ਜਾਣੀ ਜਿਹੜੇ ਗੁਰੂ ਕੇ ਪਿਆਰੇ ਹੈ ਸਿੱਖ, ਉਹਨਾਂ ਨੂੰ ਅਸੀਂ ਸਤਿਕਾਰ ਨਾਲ ਕੋਈ ਸੰਤ ਕਹਿ ਦਿੰਦੇ, ਕੋਈ ਸਾਧੂ ਕਹਿ ਦਿੰਦੇ, ਕੋਈ ਰੱਬ ਦੇ ਪਿਆਰੇ ਜਾਂ ਬ੍ਰਹਮ ਗਿਆਨੀ ਕਹਿ ਦਿੰਦੇ ਆ। ਉਹ ਕੁਝ ਵੀ ਕੁਛ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਮਾਂ ਨਾਲ ਨਿਵਾਜਿਆ ਜਾਂਦਾ ਹੈ। ਇਹੋ ਜਿਹੇ ਸਥਾਨਾਂ ਨੂੰ ਉਹ ਲੱਭਦੇ ਨੇ, ਦੱਸ ਵੀ ਦਿੰਦੇ ਵੀ ਇੱਥੇ ਆ ਹੋਇਆ ਹੈ। ਇਸੇ ਤਰ੍ਹਾਂ ਲੜਾਈ ਕੇ ਨਗਰ ਦਾ ਵੀ ਜਿਹੜਾ ਇਹ ਸਾਰਾ ਪ੍ਰਸੰਗ ਹੈ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਦੱਸਿਆ ਸੀ। ਉਹ ਵੀ ਇਸ ਸਥਾਨ ਤੇ 3 ਘੰਟੇ ਅੱਖਾਂ ਮੀਚ ਕੇ ਬੈਠੇ ਰਹੇ ਸੀ। ਨਗਰ ਦੇ ਲੋਕ ਇਉਂ ਜ਼ਰੂਰ ਕਹਿੰਦੇ ਸੀ ਵੀ ਇਹ ਜਗ੍ਹਾ ਬਹੁਤ ਮਾਰਾ ਸੱਤਿਆ ਵਾਲੀ ਹੈ, ਜੋ ਵੀ ਕਾਮਨਾ ਕਰੀਏ, ਜੋ ਸੁਖਨਾ ਸੁਖ ਲਈਏ, ਪੂਰੀ ਹੁੰਦੀ ਹੈ। ਤੇ ਉਂਝ ਨਹੀਂ ਪਤਾ ਵੀ ਇਹ ਇੱਥੇ ਕੌਣ ਕੋਈ ਆਇਆ ਗਿਆ ਹੈ। ਫਿਰ ਉਹਨਾਂ ਨੇ ਕਿਹਾ ਸੀ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਆਏ, ਇੱਥੇ ਭਾਈ ਗੁਰੂ ਮਹਾਰਾਜ ਨੇ ਸੱਪ ਦੀ ਕਲਿਆਣ ਕੀਤੀ ਸੀ। ਉਹ ਜਿਵੇਂ ਆ ਇਤਿਹਾਸ ਸਭ ਪੜ੍ਹਿਆ, ਇਹ ਸਾਰਾ ਪ੍ਰਸੰਗ ਫਿਰ ਮਹਾਰਾਜ ਕਹਿੰਦੇ ਵੀ ਲਿਖਿਆ ਤਾਂ ਹੈ ਇਤਿਹਾਸ ਵਿੱਚ, ਪਰ ਜਗ੍ਹਾ ਦਾ ਤੇ ਪਿੰਡ ਦਾ ਨਾਮ ਨਾ ਹੋਣ ਕਰਕੇ ਕਿਸੇ ਨੂੰ ਪਤਾ ਨਹੀਂ ਚੱਲਦਾ ਸੀ ਵੀ ਇਹ ਕਿੱਥੇ ਮਹਾਰਾਜ ਨੇ ਕੌਤਕ ਕੀਤਾ। ਕਹਿੰਦੇ ਇੱਥੇ ਕੀਤਾ ਭਾਈ, ਇਹਦਾ ਨਾਂ ਕਲਿਆਣ ਸਾਰਾ ਗੁਰਦੁਆਰੇ ਦਾ ਰੱਖੋ। ਫਿਰ ਸਰੋਵਰ ਦੀ ਵੀ ਨੀਂਹ ਆਪ ਜੀ ਨੇ ਇੱਥੇ ਰੱਖਤੀ, ਬਾਕੀ ਵੀ ਗੁਰਦੁਆਰਾ ਸਾਹਿਬ ਦੀ ਵੀ ਨੀਂਹ ਰੱਖ ਦਿੱਤੀ। ਇਸ ਕਰਕੇ ਉੱਥੇ ਹੁਣ ਵੀ ਲਿਖਿਆ ਵੀ 5 ਪਿਆਰਾਂ ਵਿੱਚ ਸਭ ਤੋਂ ਪਹਿਲਾਂ ਇਸ ਸਥਾਨ ਦੀ ਜਿਹੜੀ ਨੀਂਹ ਹੈ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਰੱਖੀ। ਨਾਲ ਪਿਆਰੇ ਸਨ ਉਹਨਾਂ ਦੇ ਭਰਾ ਇੰਦਰ ਸਿੰਘ ਜੀ, ਤੇ ਦੂਜੇ ਸਨ ਸੰਤ ਬਾਬਾ ਅਜੈਬ ਸਿੰਘ ਜੀ ਬੋਪਾਰਾਏ ਵਾਲੇ। ਇਸੇ ਤਰ੍ਹਾਂ ਲੁਧਾਈ ਵਾਲੇ ਮਹਾਂਪੁਰਸ਼, ਇਉਂ 50 ਨਾਂ ਲਿਖਿਆ ਪਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਉਹ 5 ਵੀ ਇਹਨਾਂ ਵਿੱਚ ਹੋ ਕੇ ਇਹਨਾਂ ਨੇ ਨਿਉ ਰੱਖੀ। ਇਸ ਸਥਾਨ ਨੂੰ ਉਹਨਾਂ ਨੇ ਪ੍ਰਗਟ ਕੀਤਾ ਸੀ। ਸੋ ਇਸ ਤਰ੍ਹਾਂ ਜਾਣੀ ਭਾਵੇਂ ਇਤਿਹਾਸ ਵਿੱਚ ਪ੍ਰਸੰਗ ਤਾਂ ਆਇਆ ਹੈ, ਪਰ ਉਸ ਨਗਰ ਦਾ ਨਾਂ ਨਹੀਂ ਹੈ, ਕਿੱਥੇ ਹੋਇਆ ਉਹ ਨਹੀਂ। ਜੰਗਲ ਲਿਖਿਆ ਬੀਆਬਾਨ ਵਿੱਚ ਮਹਾਰਾ ਉਤਰ ਹੋਏ। ਇਸ ਕਰਕੇ ਤਾਂ ਹੁਣ ਵੀ ਆ, ਕੋਈ ਸਮਾਂ ਪਹਿਲਾਂ ਬਹੁਤ ਤਕੜਾ 17-18 ਕਿੱਲਿਆਂ ਵਿੱਚ ਚੜਾਈ ਸੀ। ਥੋੜਾ ਸਮਾਂ ਹੋਇਆ ਆਬਾਦ ਹੋਇਆ। ਗੁਰਸਿੱਖਾਂ ਨੇ ਰਲ ਮਿਲ ਕੇ ਪੁੱਟ-ਪੁਟਾ ਕੇ ਉਹਨੂੰ ਆਬਾਦ ਕੀਤਾ ਹੈ। ਬਣ ਜੇ ਕਰੀਰ ਤਾਂ ਮਾਤਰਾ ਨੇ ਬਥੇਰੇ ਉੱਥੇ ਪੱਟੇ 2 ਸਾਲ ਲਾਏ। ਇਸ ਤਰ੍ਹਾਂ ਜਾਣੀ ਹੁਣ ਵੀ ਉਹ ਥੋੜੇ ਬਹੁਤ ਯਾਦ ਵਜੋਂ 2-4 ਦਰਖਤ ਬਣਦੇ ਹੈਗੇ, ਬਾਕੀ ਸਾਰੇ ਪੁੱਟ-ਪੁਟਾ ਦਿੱਤੇ। ਹੋਰ ਬੋੜ ਬੂੜ ਜੇ ਬੜੇ ਉੱਥੇ ਸੀ। ਇਸ ਤਰ੍ਹਾਂ ਜਾਣੀ ਇਹ ਇਤਿਹਾਸ ਵਿੱਚ ਜਿਹੜਾ ਪ੍ਰਸੰਗ ਜਿਵੇਂ ਆਪਾਂ ਕੱਲ ਤੇ ਪਰਸੋਂ ਸੁਣਿਆ ਹੈ, ਉਹ ਜਿਵੇਂ ਆਇਆ, ਜਿਵੇਂ ਉਹਨੂੰ ਪ੍ਰਗਟ ਕੀਤਾ, ਕਿਹਨੇ ਕੀਤਾ ਇਸ ਨੂੰ, ਇਹ ਅਸਥਾਨ ਉਹ ਹੈ, ਉਹ ਆਪਾਂ ਬਚਨ ਸੁਣ ਲਏ ਹੈ। ਤੇ ਇਸੇ ਤਰ੍ਹਾਂ ਜਿਵੇਂ ਹੁਣ ਬਾਹਰ ਆਪਣੇ ਨਗਰ ਤੋਂ ਗੁਰਦੁਆਰਾ ਬੇਰੀ ਸਾਹਿਬ ਹੈ, ਪਹਿਲਾਂ ਇਹਨੂੰ ਗੁਰੂ ਕੇ ਬੇਰੀ ਕਹਿੰਦੇ ਸੀ ਨਾ ਸਾਰੇ। ਉਹ ਉੱਥੇ ਜਾ ਕੇ ਲੋਕ ਜਿਹੜੇ ਆ ਕੋਈ ਗਊਆਂ ਮੱਝਾਂ ਚਾਰਨ ਵਾਲੇ ਟਿਕ ਜਾਂਦੇ, ਬੈਠ ਜਾਂਦੇ ਸਨ। ਇਹ ਬਹੁਤ ਉੱਚਾ ਦਰਖਤ ਹੁੰਦਾ ਸੀ ਬੇਰੀ ਦਾ। ਮਾਤਾ ਨੇ ਦੇਖਿਆ ਹਨੇਰੀ ਚੱਕਰ ਨਾਲ ਟੁੱਟ ਫੁੱਟ ਗਿਆ ਸੀ। ਤੇ ਫਿਰ ਦੁਬਾਰਾ ਉਹ ਕਾਫੀ 5-7 ਲਗਰਾਈਆਂ ਫੁੱਟਾਈਆਂ। ਹੁਣ ਉਹ ਦੂਜੇ ਰੂਪ ਵਿੱਚ ਖਿੜਿਆ ਪੁੜਿਆ, ਦੂਰ ਤੱਕ ਫੈਲਿਆ ਹੋਇਆ। ਫਿਰ ਉਹ ਸੰਤ ਉਜਾਗਰ ਸਿੰਘ ਜੀ ਨੂੰ ਇਹਨਾਂ ਨੇ ਆ ਕੇ, ਜਿਨ੍ਹਾਂ ਦੇ
ਇਹ ਜ਼ਮੀਨ ਦੇ ਵਿੱਚ ਹੈ ਅਸਥਾਨ ਸੀ, ਉਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਸੀ। ਫਿਰ ਉਹਨਾਂ ਨੇ ਬੇਨਤੀ ਕਰਤੀ ਵੀ ਇਹ ਲੈ ਲਓ। ਫਿਰ ਇਹ ਮਹਾਤਮਾ ਕਹਿਣ ਲੱਗੇ ਵੀ ਇਹਦਾ ਪਤਾ ਕਰੋ ਵੀ ਇਹ ਕਿਹੜੇ ਸਤਿਗੁਰੂ ਦਾ ਸਥਾਨ। ਚਲੋ ਗੁਰੂ ਕੀ ਬੇਰੀ ਤੱਕ ਹੀ ਜਾਣੇ। ਉਹ ਮਾਤਰ ਨੇ ਇੱਕ ਸਿੰਘ ਨੂੰ ਪੁੱਛਿਆ ਵੀ ਤੂੰ ਇਹ ਮਹਾਰਾਜ ਨੂੰ ਪੁੱਛ ਕੇ ਦੱਸ, ਤੇਰੇ ਤੇ ਸਤਿਗੁਰੂ ਦੀ ਕਿਰਪਾ ਹੈ। ਫਿਰ ਉਸਨੇ ਉਹ ਅੰਮ੍ਰਿਤ ਵੇਲੇ ਸਮਾਧੀ ਤੋਂ ਅਥਾਨ ਹੋ ਕੇ ਦਾਸ ਨੂੰ ਦੱਸਿਆ ਸੀ ਵੀ ਇੱਥੇ ਗੁਰੂ ਮਹਾਰਾਜ ਕਾਂਗੜ ਤੋਂ ਚੱਲਦੇ ਹੋਏ ਆਏ। ਵੇ ਗੁਰੂ ਮਹਾਰਾਜ ਹੇਠਾਂ ਨਹੀਂ ਉਤਰੇ, ਇੱਥੇ ਘੋੜੇ ਦੇ ਚੜੇ ਚੜਾਏ ਬੇਰੀ ਹੇਠ ਖੜੋਤੇ ਸਨ। ਤੇ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਘੋੜੇ ਉੱਪਰ ਚੜਿਆ ਚੜਾਇਆ ਹੀ ਜਿਹੜਾ ਚਰਨ ਹੈ ਉਹ ਬੇਰੀ ਨੂੰ ਛੋ ਗਿਆ। ਜਿਸ ਕਰਕੇ ਇਹਦੇ ਵਿੱਚ ਤਾਕਤ ਹੈ। ਇੱਥੇ ਸੁਖਣਾ ਲੋਕਾਂ ਦੀਆਂ ਪੂਰੀਆਂ ਕਹਿੰਦਾ, ਜਿਹੜਾ ਇਹਦੀ ਬੇਅਦਬੀ ਕਰਦਾ ਉਹਦਾ ਨੁਕਸਾਨ ਹੁੰਦਾ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ। ਕਾਂਗੜ ਤੋਂ ਚੱਲਦੇ ਹੋਏ ਇੱਥੇ ਮਹਾਰਾਜ ਆਏ ਸਨ। ਇੱਥੋਂ ਅੱਗੇ ਮਦੋਕਿਆ ਨੂੰ, ਦੋਦਰ ਨੂੰ, ਲੋਪੋ ਨੂੰ, ਉਹ ਹੋਰ ਜਿਹੜੇ ਅੱਗੇ ਸਥਾਨ ਤਖਤੂਪੁਰ ਵੱਲ ਨੂੰ ਚਲੇ ਗਏ ਸਨ। ਇਹ ਗੁਰਮੁਖ ਨੇ ਦੱਸ ਦਿੱਤਾ। ਮਾਤਰਾ ਨੇ ਉੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਲਿਖ ਦਿੱਤਾ। ਉਹ ਕਈ ਵਾਰੀ ਹੁੰਦਾ ਨੇ ਵੀ ਸ਼ਹਿਰ ਗਿਆਨੀ ਟੋਲੀ ਤੁਰੇ ਜਾਂਦੇ ਵੀ ਇਹਨਾਂ ਨੇ ਕਹਿਤਾ ਵੀ ਇਹ ਛੇਵੇਂ ਪਾਤਸ਼ਾਹ ਮਾਤਰ ਨੇ ਨਹੀਂ ਕੋਈ ਕਿਹਾ ਹੈ। ਮਾਤਰ ਨੇ ਤਾਂ ਪੁੱਛ ਪੜਤਾਲ ਜ਼ਰੂਰ ਖੋਜ ਜ਼ਰੂਰ ਕੀਤੀ ਹੈ ਗੁਰਮੁਖ ਰਾਹੀਂ। ਉਹ ਹੁਣ ਵੀ ਹੈਗੇ ਹੈ। ਉਹ ਇੰਨਾ ਕੁ ਉਹਨਾਂ ਨੇ ਕਿਹਾ ਵੀ ਮੇਰਾ ਨਾਂ ਨਹੀਂ ਲੈਣਾ ਹੈ, ਕਿਉਂਕਿ ਹੁੰਦਾ ਨਾ ਫਿਰ ਲੋਕ ਉਧਰ ਨੂੰ ਭੱਜਦੇ। ਦੂਜੇ ਤਾਂ ਬਾਬੇ ਨਾ ਵੀ ਉਹ ਕਹਿੰਦੇ ਸਾਡਾ ਕਰੋ ਜੀ, ਪ੍ਰਚਾਰ ਕਰੋ, ਕਰਾਉਂਦੇ ਉਹ ਸਪੀਕਰਾਂ ਰਾਹੀਂ ਵੀ, ਸਟੇਜ ਦੇ ਸੈਕਟਰੀ ਰਾਹੀਂ ਵੀ ਕਹੋ ਵੀ ਇਹ ਤਾਂ ਪੂਰਾ ਹੀ ਹੈ, ਪੁੱਜੇ ਹੋਈ ਹੈ। ਪਰ ਜਿਹੜੇ ਪੁੱਜੇ ਹੋਏ ਉਹ ਕਹਿੰਦੇ ਨਾ ਐਸਾ ਨਹੀਂ ਕਹਿਣਾ ਹੈ। ਜੇ ਕਹੇਗਾ ਤਾਂ ਸਾਨੂੰ ਬਹੁਤ ਮਾੜਾ ਲੱਗੇਗਾ। ਸਾਡੇ ਵਰਗਾ ਫਿਰ ਤੇਰੇ ਲਈ ਮੇਰੇ ਕੋਈ ਹੋਰ ਵੱਡਾ ਦੁਸ਼ਮਣ ਨਹੀਂ ਹੈ ਜਿਹੜਾ ਤੂੰ ਐਸਾ ਕੋਈ ਕਹੇ ਕਰਾਏਗਾ। ਉਹ ਇਸ ਤਰ੍ਹਾਂ ਇਹ ਜਿਵੇਂ ਵਾਹਿਗੁਰੂ ਫਿਰ ਸਮਰੱਥ ਹੁੰਦਾ, ਸਭ ਕੁਝ ਹੁੰਦਾ ਹੋਇਆ ਗੁਪਤ ਰਹਿ ਕੇ ਰਾਜੀ ਹੈ। ਇਸ ਤਰ੍ਹਾਂ ਜਿਹੜੇ ਉਹਨੂੰ ਪਾ ਲੈਂਦੇ ਉਹ ਵੀ ਗੁਪਤ ਰਹਿ ਕੇ ਰਹਿੰਦੇ ਆ। ਪਰ ਅਖੀਰੀ ਜਿਹੜੇ ਕੋਈ ਗੁਰਮੁਖ ਹੈ ਇਸ ਰਸਤੇ ਚੱਲੇ, ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਹਾਂ ਇਹ ਪੂਰਨ ਹੈ। ਕਿਉਂਕਿ ਉਹਨਾਂ ਦੀਆਂ ਵਿਚਾਰਾਂ, ਉਹਨਾਂ ਦੀ ਬਹਿਣੀ ਉੱਠਣੀ, ਉਹਨਾਂ ਦੀ ਰਹਿਤ ਬਹਿਤ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਬੋਲਣਾ ਚੱਲਣਾ ਸਾਰਾ ਤਬਦੀਲ ਹੋ ਜਾਂਦਾ ਹੈ। ਜੋ ਕੁਛ ਕਰਨਗੇ ਉਹ ਸਹਿਜ ਵਿੱਚ ਕਰਨਗੇ। ਇਹ ਅਲਪ ਆਹਾਰ ਸੁਲਭਸੀ ਨਿੰਦਰਾ ਦਇਆ ਸਿਮਾਤਨ ਪ੍ਰੀਰ ਸੀਰ ਸੰਤੋਖ ਸਦਾ ਨਿਰਵਾਹਿਗੋ ਹੋਏਗੋ ਤ੍ਰਿਗੁਣ ਅਤੀਤ। ਇਹ ਜਿਵੇਂ ਗੁਰੂ ਕਲਗੀਧਰ ਜੀ ਨੇ ਲਿਖਿਆ ਹੈ ਨਾ, ਇਹ ਸਾਰਾ ਉਹਨਾਂ ਦਾ ਵੱਖਰਾ। ਅਸੀਂ ਲੰਮੀਆਂ ਤਾਣ ਕੇ ਪੈਨੇ ਤੇ ਉਹਨਾਂ ਦੀ ਅਲਪ ਨੀਂਦ ਹੁੰਦੀ, ਥੋੜੀ ਨੀਂਦ ਤੇ ਭੋਜਨ ਵੀ ਥੋੜਾ। ਇਸ ਦਇਆ ਤੇ ਸ਼ਿਮਾ ਨਾਲ ਉਹਨਾਂ ਦੀ ਪ੍ਰੀਤੀ ਸਹਾਰਨ ਸ਼ਕਤੀ ਹੱਦੋਂ ਬਾਹਰ ਹੋ ਜਾਂਦੀ ਹੈ। ਜੋ ਮਰਜ਼ੀ ਉਹਨਾਂ ਨੂੰ ਕੋਈ ਕਹੀ ਜਾਏ ਟਸ ਤੋਂ ਮਸ ਨਹੀਂ ਹੋਣਗੇ। ਉਹ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਹੈ। ਸਾਡੇ ਤੇ ਮਾੜਾ ਜਿਹਾ ਕੋਈ ਕਹਿ ਦੇ ਅਸੀਂ ਉਦੋਂ ਹੀ ਭੁੜਕ ਪਾਂਗੇ। ਉਹ ਇਹ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਗੁਰਮੁਖਾਂ ਦੀਆਂ। ਉਹ ਜਿਵੇਂ ਦਾਦੂ ਜੀ ਜਿਵੇਂ ਕਿਸੇ ਨੇ ਉਹ ਆਇਆ ਸੀ, ਉਹਨਾਂ ਤੋਂ ਉਪਦੇਸ਼ ਲੈਣ ਨੂੰ ਪਤਾ ਹੈ ਨਹੀਂ ਸੀ। ਇਹ ਬਹੁਤ ਦੀਵਾਨੇ ਮਸਤਾਨੇ ਜੀ ਹਾਲਤ ਵਿੱਚ ਰਹਿੰਦੇ ਸੀ। ਉਹ ਸਿਰ ਜਿਹਾ ਇਹਨਾਂ ਦਾ ਨੰਗਾਇਆ ਸੀ। ਉਹ ਜਿਹੜਾ ਆਇਆ ਉਹਨੇ ਕਿਤੇ ਸਿਰ 'ਚ ਮਾਰਤਾ ਠੋਲਾ ਜਾ। ਇਹਨਾਂ ਨੇ ਕੋਈ ਨਹੀਂ ਹੈ, ਉਹਨੂੰ ਕੋਈ ਪਤਾ ਨਹੀਂ ਵੀ ਇਹ ਦਾਦੂ ਜੀ ਹੈ। ਉਹ ਜਦੋਂ ਉੱਥੇ ਆਇਆ ਦੂਜਿਆਂ ਨੂੰ ਪੁੱਛਿਆ ਵੀ ਮੈਂ ਦਾਦੂ ਜੀ ਨੂੰ ਮਿਲਣਾ, ਉਹਨਾਂ ਤੋਂ ਉਪਦੇਸ਼ ਲੈਣਾ ਹੈ। ਉਹਨਾਂ ਨੂੰ ਵੀ ਪਤਾ ਨਹੀਂ। ਉਹ ਕਹਿੰਦੇ ਵੀ ਤੂੰ ਇੱਥੇ ਬਹਿ ਜਾ, ਆ ਜਾਣਗੇ।
ਉਹ ਕੁਝ ਮਿੰਟਾਂ ਤੋਂ ਬਾਅਦ ਉਸ ਸਥਾਨ ਤੇ ਜਿੱਥੇ ਉਹ ਬਹਿੰਦੇ ਸੀ ਆ ਬੈਠੇ। ਉਹ ਜਦੋਂ ਦੇਖਿਆ ਹੈ ਇਹ ਤਾਂ ਹੋਈ ਹੈ ਜਿਨ੍ਹਾਂ ਦੇ ਸਿਰ ਤੇ ਆ ਕਰਦਾ ਹੈ। ਕਹਿੰਦਾ ਜੀ ਮਾਰਾ ਬਹੁਤ ਵੱਡੀ ਮੈਨੂੰ ਕੱਜਰ ਗਲਤੀ ਹੋ ਗਈ, ਮੈਂ ਤਾਂ ਪਿਛਲੀਆਂ ਮੋਹ ਬਣਾਇਆ ਤਾਂ ਇੱਥੇ ਆ ਕੇ ਹੋ ਗਿਆ ਭਾਵ। ਕਹਿੰਦੇ ਕੀ ਹੋ ਗਿਆ? ਕਹਿੰਦੇ ਮਾਰਾ ਮੈਂ ਤੁਹਾਡੇ ਸਿਰ ਤੇ ਠੋਲੇ ਮਾਰਦਾ ਆਇਆ। ਕਹਿੰਦੇ ਕੋਈ ਨਹੀਂ, ਫਿਰ ਆਇਆ ਕਾਹਦੇ ਵਾਸਤੇ? ਕਹਿੰਦੇ ਆਇਆ ਤਾਂ ਗੁਰੂ ਧਾਰਨ ਵਾਸਤੇ, ਉਪਦੇਸ਼ ਲੈਣ ਵਾਸਤੇ। ਫਿਰ ਚੰਗੀ ਗੱਲ ਹੀ ਕੀਤੀ ਹੈ। ਕਹਿੰਦੇ ਜੇ ਕੋਈ ਭਾਂਡਾ ਭੂੰਡਾ ਲੈਣਾ ਹੋਵੇ ਉਹਦੇ ਤੇ ਵੀ ਠੋਲਾ ਮਾਰੀਦਾ, ਇਹ ਕੱਚਾ ਕਿ ਪੱਕਾ ਹੈ? ਇਹ ਤੂੰ ਚੰਗਾ ਹੀ ਕੀਤਾ ਹੈ। ਕਹਿੰਦੇ ਠੋਲਾ ਮਾਰਿਆ, ਪਰਖ ਲਿਆ। ਜੇ ਭਾਂਡੇ ਨੂੰ ਪਰਖ ਕੇ ਲਈਦਾ ਗੁਰੂ ਦਾ ਉਪਦੇਸ਼ ਲੈਣਾ, ਜਿਹਨੇ ਲੋਕ ਪ੍ਰਲੋਭ ਸਿੱਧ ਉਹਨੇ ਨਹੀਂ ਕਹਿੰਦੇ ਪਰਖ ਕਰਨੀ ਚਾਹੀਦੀ। ਠੀਕ ਹੈ ਤੂੰ ਪਰਖ ਕਰ ਲਈ ਠੋਲੇ ਮਾਰ ਮਾਰ ਕੇ, ਸਾਨੂੰ ਨਹੀਂ ਕੋਈ ਗੁੱਸਾ ਗੱਸਾ ਹੈਗਾ। ਤੂੰ ਕਹਿੰਦੇ ਉਪਦੇਸ਼ ਲੈ। ਜਾਣੀ ਜਿਹੜੇ ਉਹ ਇਹੋ ਜਿਹੇ ਹੁੰਦੇ ਉਹਨਾਂ ਤੇ ਐਸਾ ਨਹੀਂ ਅਸਰ ਹੁੰਦਾ ਹੈ ਕਿ ਉਹ ਗੁਪਤ ਰਹਿਣਾ ਪਸੰਦ ਕਰਦੇ। ਬਾਕੀ ਸਾਡੇ ਵਰਗੇ ਮਾਤਰ ਧਮਾਤਰ ਇੱਧਰ ਉੱਧਰ ਲਾਉਣਗੇ ਬਾਡੀ ਗਾੜ, ਬਣਾਉਣਗੇ ਵੱਡਿਆਂ ਵੱਡੇ ਗੜਵੇ ਇਹ ਕਹਿਣ ਵੀ ਪੂਰਨ ਸੰਤ ਹੈ। ਸੈਕਟਰੀਆਂ ਰਾਹੀਂ ਵੀ ਪ੍ਰਚਾਰ ਫਿਰ ਹੱਦੋਂ ਵੱਧਾ ਕਰਾਉਂਦੇ ਵੀ ਇਹ ਤਾਂ ਜੀ ਐਨ ਪੁੱਜੇ ਹੋਏ, ਇਹਨਾਂ ਨੇ ਆਹ ਕਰਸ਼ੇ ਆਹ ਕਰੇ ਕਾਮਨਾ ਉਹ ਕਰਿਆ। ਹੁੰਦਾ ਨਿਰਾ ਕੁਫਰ ਹੈ। ਉਹ ਸੌ ਸੁਹਾਗਣ ਨੂੰ ਜਿਵੇਂ ਵੀ ਅਸੀਂ ਸੌ ਨੂੰ ਮਿਲਣਾ, ਇਹੋ ਜਿਹਾ ਕੁਛ ਹੁੰਦਾ ਹੈ। ਇਹਨਾਂ ਦਾ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਵੀ ਐਸੇ ਹੀ ਸੀ ਵੀ ਉਹ ਵੀ ਨਹੀਂ ਕਿਸੇ ਨੂੰ ਕੁਝ ਕਹਿਣ ਦਿੰਦੇ ਸੀ ਵੀ ਇਹ ਜੀ ਪੂਰਨ ਬ੍ਰਹਮ ਗਿਆਨੀ ਹੈ, ਪੂਰਨ ਵਿਦਵਾਨ ਹੈ, ਆ ਜੀ ਉਹ ਜੀ, ਇੱਕ ਅੱਖਰ ਨਹੀਂ ਕਹਿਣ ਦਿੰਦੇ। ਉਹ ਕਹਿੰਦੇ ਭਾਈ ਜੇ ਕਰਨੀ ਸਿਰ ਸਲਾਗਾ, ਗੁਰੂ ਮਹਾਰਾਜ ਦੀ ਜਿੰਨੀ ਮਰਜ਼ੀ ਕਰ, ਪਰਮੇਸ਼ਰ ਦੀ ਜਿੰਨੀ ਮਰਜ਼ੀ ਵਡਿਆਈ ਕਰ। ਆ ਹੱਡ ਚੰਬ ਨੂੰ ਕੀ ਇਹਨੂੰ ਕੀ ਵਡਾਉਣਾ ਹੈ? ਇਹ ਤਾਂ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਹੈ। ਇਸ ਤਰ੍ਹਾਂ ਜਾਣੀ ਇਹ ਅਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਪ੍ਰਗਟ ਕੀਤਾ ਸੀ। ਅੱਜ ਹੁਣ ਬਹੁਤ ਸੋਹਣੇ ਰੂਪ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈ। ਸਰੋਵਰ ਵੀ ਸੋਹਣਾ ਬਣਿਆ। ਔਰ ਵਿਚਾਰ ਜਿਵੇਂ ਇੱਥੋਂ ਫਿਰ ਗੁਰੂ ਮਹਾਰਾਜ ਵਾਪਸ ਪਰਤ ਕੇ ਰਾਤ ਨੂੰ, ਇੱਕ ਤਾਂ ਕੱਚਾ ਪਿੱਲਾ ਸੀ ਜਿਹਦੀ ਕਲਿਆਣ ਕੀਤੀ, ਇੱਕ ਸੀ ਪੱਚਾ ਗੁਰਮੁਖ ਗੁਰਸਿੱਖ ਜਿਹਦਾ ਸੂਤਾ ਪਿੰਜਰ ਨਿਕਲਿਆ ਸੀ। ਵੀ ਸਭ ਕੁਝ ਤਾਕਤ ਹੁੰਦਿਆਂ ਨੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਲੋਕਾਂ ਨਾਲ ਹੀ ਭੁੱਖਿਆਂ ਧਿਆਇਆਂ ਸਰੀਰ ਛੱਡ ਦਿੱਤਾ ਸੀ। ਉਹਦੀ ਗਾਥਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਾਈ। ਜਿਵੇਂ ਕਾਂਗੜ ਤੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਨੂੰ ਚੱਲੇ, ਰਸਤੇ ਵਿੱਚ ਜਿਵੇਂ ਗੁੱਜਰਵਾਲ ਨਗਰ ਵਿਖੇ ਆਪ ਜੀ ਆਏ। ਇੱਥੇ ਫਤੂਹੀ ਜ਼ਿਮੀਦਾਰ ਨੂੰ ਮਿਲੇ ਜੁੜੇ, ਜਿਵੇਂ ਉਹਦੇ ਨਾਲ ਵਚਨ ਵਿਲਾਸ ਹੋਏ ਪ੍ਰਸੰਗ ਆ ਰਿਹਾ ਸੀ। ਸੁਣੀਏ ਜੀ। ਤਿਆਰ ਭਏ ਸ੍ਰੀ ਸਤਿਗੁਰੂ। ਯਾ ਗੁਰੂ ਹਰਗੋਬਿੰਦ ਸਾਹਿਬ ਜੀ ਕਾਂਗੜ ਨਗਰ ਤੋਂ ਚੱਲਣ ਲਈ ਤਿਆਰ ਹੋ ਗਏ। ਚੱਲ ਪਹੁੰਚੇ ਤਿਸ ਕਾਲ। ਕਹਿੰਦੇ ਚਲਦੇ ਚਲਾਉਂਦੇ ਹੋਏ ਸਮੇਂ ਪਹੁੰਚ ਗਏ। ਸਾਧੂ ਰੂਪਾ ਦਾਨ ਮਿਲ। ਭਾਈ ਸਾਧੂ ਜੀ ਭਾਈ ਰੂਪ ਚੰਦ ਜੀ ਦੋਵੇਂ ਮਿਲ ਕੇ ਬੰਦਤ ਪ੍ਰੇਮ ਵਿਸਾਲ। ਜਦੋਂ ਗੁਰੂ ਮਹਾਰਾਜ ਜੀ ਜਾਣ ਲੱਗੇ ਹਨ, ਬੜੇ ਪ੍ਰੇਮ ਨਾਲੇ ਦੋਵੇਂ ਮੱਥਾ ਟੇਕ ਰਹੇ ਹਨ। ਸਵਈਆ ਛੰਦ ਹਮਕੋ ਹੁਕਮ ਹੈ ਕਿਸ ਬਿਦ ਕੋ। ਫਿਰ ਦੋਵਾਂ ਨੇ ਪੁੱਛਿਆ, ਹੈ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸਾਡੇ ਇਲਾਕੇ ਵਿੱਚੋਂ ਤੁਸੀਂ ਤਾਂ ਜਾ ਰਹੇ ਹੋ, ਸਾਨੂੰ ਮਹਾਰਾਜ ਆਪ ਜੀ ਦਾ ਕਿਸ ਤਰ੍ਹਾਂ ਦਾ ਹੁਕਮ ਹੈ? ਮਹਾਰਾਜ ਅਬ ਦੇਹੁ ਸੁਨਾਏ। ਇਹ ਗੁਰੂ ਮਹਾਰਾਜ ਆਪ ਹੀ ਹੁਣ ਜਾਂਦੇ ਹੋਏ ਸਾਨੂੰ ਸੁਣਾ ਦੇ ਵੀ ਤੁਸੀਂ ਸਾਥੋਂ ਵਾਦਾ ਕਰਿਆ ਕਰੋ। ਦਰਸ਼ਨ ਕੀ ਔਰ ਅਦਿਕ ਲਾਲਸਾ। ਉਂਝ ਮਹਾਰਾਜ ਸੀ ਸੱਚ ਕਹਿੰਦੇ ਆ, ਸਾਡੇ ਦਰਸ਼ਨ ਦੀਦਾਰ ਹਮੇਸ਼ਾ ਕਰੀ ਜਾਈਏ, ਬੜੀ ਸਾਨੂੰ ਚਾਹਨਾ ਹੈ, ਖਾਸ ਹੈ। ਜਥਾ ਕਮਲ ਬਾਂਛਤ ਦਿਨ ਰਾਤ।
ਆਏ। ਇਸ ਤਰ੍ਹਾਂ ਜਿਹੜਾ ਕਵਲ ਦਾ ਫੁੱਲ ਹੈ, ਹਮੇਸ਼ਾ ਸੂਰਜ ਨਹੀਂ ਚਾਹੁੰਦਾ ਵੀ ਚੜ੍ਹਿਆ ਹੀ ਰਹੇ, ਮੈਂ ਖਿੜਿਆ ਹੀ ਰਹਾਂ। ਕਰੇ ਨਿਹਾਲ ਦੀਨ ਵਡਿਆਈ। ਸਾਨੂੰ ਮਾਰਾ ਨਿਹਾਲੋ ਨਾਲ ਕੀਤਾ ਹੈ, ਬੜੀ ਬੜਾਈ ਬਖਸ਼ੀ ਆਪ ਜੀ ਨੇ। ਜੁਗ ਲੋਕਨ ਕੇ ਬਨੇ ਸਹਾय। ਹਮਾਰਾ ਸੱਚੇ ਪਾਤਸ਼ਾਹ ਹੋਣ ਕਰਕੇ ਸਾਡੇ ਦੋਨਾਂ ਲਾਕਾਂ ਦੇ ਸਹਾਇਕ ਬਣੇ ਹੋ। ਰਾਵਰ ਕੇ ਮਾਨਿੰਦ ਕਿਰਪਾਲ। ਕਿਰਪਾਲ ਨਾ ਇਹ ਗੁਰੂ ਮਹਾਰਾਜ ਆਪ ਜੀ ਦੇ ਸਮਾਨ ਬਰਾਬਰ ਕੋਈ ਦਿਆਲੂ ਕਿਰਪਾਲੂ ਨਹੀਂ ਹੈ। ਰਾਜ ਕੰਨ ਤੇ ਸਮ ਮੇਰ ਬਨਾਏ। ਦੇਖੋ ਅਸੀਂ ਤਾਂ ਮਹਾਰਾਜ ਧੂੜ ਦੇ ਕਣਕੇ ਵਰਗੇ ਸੀ, ਸਾਨੂੰ ਤੁਸੀਂ ਮਹਾਰਾਜ ਕਿਰਪਾ ਕਰਕੇ ਸਮੇਰ ਪਰਬਤ ਕਰਕੇ ਮਹਾਨ ਬਣਾ ਦਿੱਤਾ ਹੈ। ਕਹਿਓ ਗੁਰੂ ਤੁਮ ਕਰਹੁ ਦੇਗ ਕੋ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਤਾਂ ਗੁਰੂ ਕਾ ਲੰਗਰ ਹੀ ਚਲਾਇਆ ਕਰੋ। ਸਭ ਕੋ ਦੇਹੁ ਅਸਨ ਬਰਤਾ। ਜਿਹੜਾ ਵੀ ਰਾਹੀ ਪਾਂਦੀ ਸਾਧੂ ਸੰਤ ਸਿੱਖ ਆ ਜਾਏ, ਉਹਨੂੰ ਗੁਰੂ ਕਾ ਲੰਗਰ ਵਰਤਾ ਦਿਆ ਕਰੋ, ਛਕਾ ਦਿਆ ਕਰੋ ਪ੍ਰੇਮ ਨਾਲ। ਬਾਰ ਆਰ ਸਰਾਪ ਸਫਲ ਹੋਏ ਤੁਮਰੇ। ਬਾਕੀ ਤੁਹਾਡੇ ਮੁਖ ਤੋਂ ਕੋਈ ਵਰਦਾ ਬਚਨ ਕਿਹਾ ਹੋਵੇ, ਸ਼ਰਾਪ ਦਾ ਬਚਨ ਕਿਹਾ ਹੋਵੇ, ਉਹ ਸ਼ਰਾਪ ਦੇ ਬਚਨ ਪੂਰੇ ਹੋਇਆ ਕਰਨਗੇ। ਤਿੱਖੀ ਤੇਗ ਸਮ ਕਾਟਤ ਜਾਏ। ਜਿਵੇਂ ਤਿੱਖੀ ਤਲਵਾਰ ਜਿੱਧਰ ਮਾਰੀਏ ਕੱਟਦੀ ਜਾਂਦੀ, ਇਸ ਤਰ੍ਹਾਂ ਤੁਹਾਡੇ ਵਿਦਰ ਬਚਨ ਹੋਣਗੇ, ਉਹ ਪੂਰੇ ਹੀ ਹੁੰਦੇ ਜਾਣਗੇ। ਸਤ ਸੰਗਤ ਕਰ ਸਿਮਰਹੁ ਸਤਿਗੁਰ। ਇਸ ਤਰ੍ਹਾਂ ਵੀ ਸਾਧ ਸੰਗਤ ਇਕੱਠੀ ਕਰਕੇ ਉਹਦੇ ਵਿੱਚ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਅਪਰ ਰੂਪ ਧਾਰ ਮੈਂ ਪੁਨ ਆਏ। ਮਹਾਰਾਜ ਕਹਿੰਦੇ ਇਸ ਸਰੂਪ ਵਿੱਚ ਤਾਂ ਨਹੀਂ, ਹੋਰ ਸਰੂਪ ਧਾਰਨ ਕਰਕੇ ਫਿਰ ਅਸੀਂ ਤੁਹਾਡੇ ਕੋਲ, ਤੁਹਾਡੇ ਸੰਤਾਨ ਕੋਲ ਆ ਜਾਵਾਂਗੇ। ਤੋ ਸੰਤਤ ਸਭ ਮਿਲਹਿ ਸੇਵ ਕਰ। ਤੁਹਾਡੀ ਵੀ ਜਿਹੜੀ ਸੰਤਾਨ ਹੈ ਸਾਨੂੰ ਮਿਲੇਗੀ, ਪ੍ਰੇਮ ਨਾਲ ਬੜੀ ਸੇਵਾ ਕਰੇਗੀ। ਅੰਗ ਸੰਗ ਗੁਰ ਤੁਮਹਿ ਸਹਾਇ। ਇਸ ਤਰ੍ਹਾਂ ਵੀ ਗੁਰੂ ਤੁਹਾਡੇ ਅੰਗ ਸੰਗ ਹੋ ਕੇ ਹਮੇਸ਼ਾ ਸਹਾਇਕ ਰਹਿਣਗੇ। ਰੂਪ ਚੰਦ ਦੀ ਅੱਗੇ ਸੰਤਾਨ ਵਿੱਚੋਂ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੀ ਹੋਏ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆ ਕੇ ਉਹ ਦੀਨੇ ਮਿਲੇ ਸਨ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਵੱਲੋਂ, ਬਾਕੀ ਪਰਿਵਾਰ ਵੱਲੋਂ ਹੋਰ ਕੁਛ ਵੇਖ ਕੇ ਬਹੁਤ ਇਹਨਾਂ ਨੇ ਬਰਾਕ ਕੀਤਾ ਸੀ। ਇਸ ਤਰ੍ਹਾਂ ਮਨ ਵਿੱਚ ਇਹ ਖਿਆਲ ਦਾ ਵੀ ਸ਼ੰਕਾ ਵੀ ਉੱਠ ਖੜੋਤੀ ਸੀ ਵੀ ਮਹਾਰਾਜ ਇੰਨੇ ਸਮਰੱਥ ਸੀ, ਇਹ ਲੋਕ ਕੁਝ ਨਹੀਂ ਰਿਹਾ ਹੈ। ਬਸਾਂ ਇਸ ਤਰ੍ਹਾਂ ਚੁਦਾ ਪੀਰ ਜਿਹਾ ਬਣ ਕੇ ਕੁਵਤ ਜਾ ਹੋ ਕੇ ਇੱਧਰ ਆਏ ਨੇ ਲੋਕ ਛਪ ਕੇ। ਵਿਸ਼ਾ ਤਾਂ ਜਿਵੇਂ ਪਹਿਲੇ ਸਤਿਗੁਰੂ ਸਮਰੱਥ ਸੀ ਉਹਨਾਂ ਵਰਗੇ ਨਹੀਂ ਹੈ। ਇੰਨਾ ਕੁ ਮਾੜਾ ਜਿਹਾ ਸ਼ੰਕਾ ਹੈ ਭਾਈ ਇਹ ਪਰਮ ਸਿੰਘ ਧਰਮ ਸਿੰਘ, ਜਿਹੜਾ ਧਰਮ ਸਿੰਘ ਉਹਦੇ ਮਨ ਵਿੱਚ ਉੱਠ ਖੜੋਤਾ ਸੀ। ਉਹ ਮਿਟਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਕੌਤਕ ਕੀਤਾ ਸੀ। ਜਦੋਂ ਇਹ ਆਪਣੇ ਨਗਰ ਰੂਪ ਭਾਈ ਕੀਰਪ ਕੋ ਚੱਲਦਾ ਹੋਇਆ ਮਹਾਰਾਜ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ। ਰਸਤੇ ਵਿੱਚ ਹੀ ਫਿਰ ਸ਼ਹੀਦ ਸਿੰਘ ਨੇ ਇੱਕ ਨੇ ਦਰਸ਼ਨ ਦਿੱਤੇ ਸਨ। ਇਹ ਇਕੱਲਾ ਸੀ, ਪਿੱਛੇ ਨੂੰ ਦੇਖਦਾ ਸੀ ਵੀ ਕੋਈ ਗੁਰੂ ਕਾ ਸਿੱਖ ਆ ਜਾਏ, ਦੋਵੇਂ ਚੱਲਾਂਗੇ, ਗੱਲਾਂ ਬਾਤਾਂ ਬਚਨ ਵਿਲਾਸ ਕਰਦੇ ਆ, ਰਸਤਾ ਸੌਖਾ ਹੋਵੇ। ਉਹਦੇ ਦਰਸ਼ਨ ਹੋਏ। ਇਹ ਖਿਆਲ ਕਰਦਾ ਵੀ ਚਲੋ ਉਹ ਆ ਰਿਹਾ ਗੁਰੂ ਕਾ ਸਿੱਖ, ਉਹਦੇ ਨਾਲ ਰਲ ਮਿਲ ਕੇ ਚੱਲਾਂਗੇ। ਉਹ ਬਿੰਦੇ ਬਿੰਦੇ ਪਿੱਛੇ ਨੂੰ ਝਾਕਦਾ। ਉਹ ਜਿਹੜਾ ਸ਼ਹੀਦ ਸਿੰਘ ਹੈ, ਕਿਤੇ ਨੀਲੇ ਜਿਹੇ ਵਸਤਰ ਪਹਿਨ ਲੈਂਦਾ, ਕਿਤੇ ਪੀੜੇ ਜਿਹੇ ਪਾ ਲੈਂਦਾ, ਕਿਤੇ ਚਿੱਟੇ ਪਾ ਲੈਂਦਾ, ਕਿਤੇ ਉਹ ਵੱਡਾ ਸਾਰਾ ਬਣ ਜਾਂਦਾ, ਕਿਤੇ ਛੋਟਾ ਜਿਹਾ ਬਣ ਜਾਂਦਾ। ਇਹ ਦੇਖ ਦੇਖ ਕੇ ਵੀ ਇਹ ਤਾਂ ਕੋਈ ਚੰਗਾ ਤਾਕਤ ਵਾਲਾ ਸਿੰਘ ਹੀ ਹੈ, ਸ਼ਕਤੀ ਵਾਲਾ ਹੈ, ਵੀ ਚਲੋ ਇਹਦੇ ਨਾਲ ਮਿਲ ਜਾਵਾਂਗੇ। ਥੋੜਾ ਜਿਹਾ ਹੌਲੀ ਹੋ ਗਿਆ, ਉਹ ਵੀ ਉੱਥੇ ਪਿੱਛੇ ਹੋਗਾ। ਹੌਲੀ ਦੇਖਿਆ ਵੀ ਉਨੀ ਦੂਰੀ ਹੈ। ਅਖੀਰ ਖਿਆਲ ਆਇਆ ਵੀ ਚਲੋ ਆਪਾਂ ਖੜ ਜੋ ਉਹਨੂੰ ਮਿਲਾ ਲੈਂਦੇ ਹਾਂ। ਜਦੋਂ ਖੜ ਗਿਆ ਫਿਰ ਉਹ ਇਹਦੇ ਕੋਲ ਆ ਪਹੁੰਚਾ। ਕਹਿਣ ਲੱਗਿਆ ਵੀ ਕਿਵੇਂ ਖੜੇ ਹੋ? ਕਹਿੰਦੇ ਤੈਨੂੰ ਉਡੀਕਦੇ ਸੀ ਵੀ ਨਾਲ ਲੜ ਕੇ ਚੱਲਾਂਗੇ।
ਵੀ ਆ ਦੇਖ ਦੋ ਕਿ ਮੈਂ ਤਾਂ ਬੜਾ ਅਚਰਜ ਹੋਇਆ ਵੀ ਤੁਸੀਂ ਬੜੀ ਤਾਕਤ ਵਾਲੇ ਸਿੰਘ ਹੋ। ਕਹਿੰਦੇ ਹਾਂ ਇਹ ਭਾਈ ਮਹਾਰਾਜ ਦੀਆਂ ਬਖਸ਼ਾਂ। ਫਿਰ ਤੁਸੀਂ ਕੌਣ ਹੋ? ਕਹਿਣ ਲੱਗੇ ਵੀ ਮੈਂ ਸੱਚ ਕਹਿਣਾ, ਮੈਂ ਸ਼ਹੀਦ ਸਿੰਘ ਹਾਂ। ਕਿੰਨੀ ਵੀ ਸ਼ਕਤੀ ਹੈ? ਕਹਿੰਦੇ ਜੋ ਚਾਹੀਏ ਉਹੀ ਕਰ ਸਕਦੇ ਹਾਂ। ਕਹਿੰਦੇ ਫਿਰ ਤੁਸੀਂ ਸ਼ਹੀਦ ਸਿੰਘ ਕਿੰਨੇ ਕੁ? ਕਹਿੰਦੇ ਲੱਖਾਂ ਦੀ ਤਾਦਾਦ ਵਿੱਚ। 10,000 ਤਾਂ ਸ਼ਹੀਦ ਸਿੰਘਾਂ ਦਾ ਪਹਿਰਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੇ ਹਮੇਸ਼ਾ ਰਹਿੰਦਾ ਹੈ। ਇਹ ਪਰਮ ਸਿੰਘ ਕਹਿਣ ਲੱਗਿਆ ਵੀ ਐਡੇ ਵੱਡੇ ਤੁਸੀਂ ਤਾਕਤਾਂ ਵਾਲੇ ਸਿੰਘ, ਇੰਨੀ ਤਾਕਤ ਹੁੰਦਿਆਂ ਗੁਰੂ ਦਾ ਤੁਸੀਂ ਕੁਝ ਨਹੀਂ ਬਚਾਇਆ। ਦੇਖ ਲਓ ਅਨੰਦਪੁਰ ਵਿੱਚੋਂ ਮਸਾਂ ਨਿਕਲ ਕੇ ਚਮਕੌਰ ਦੀ ਗੜੀ ਚੋਂ ਮਸਾਂ ਆਏ। ਜੇ ਤੁਸੀਂ ਇੰਨੀ ਤਾਕਤ ਵਾਲੇ ਸੀ, ਤੁਸੀਂ ਮਾੜਾ ਮੋਟਾ ਦਿਖਾਉਂਦੇ ਤਾਕਤ। ਇਹੋ ਜਿਹੇ ਸ਼ਹੀਦ ਹੋ ਗਏ, ਮਾਤਾ ਕਿੱਧਰ ਗਈ? ਤੁਹਾਡੇ ਵਰਗਿਆਂ ਦਾ ਕੀ ਫਾਇਦਾ ਹੋਇਆ? ਕਹਿਣ ਲੱਗੇ ਉਹ ਭਾਈ ਸਿੰਘ, ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਪਹਿਲਾਂ ਕਹਿ ਦਿੱਤਾ ਵੀ ਸਾਡੀ ਖੇਲ ਵਿੱਚ ਤੁਸੀਂ ਨਹੀਂ ਦਖਲਅੰਦਾਜ਼ੀ ਕਰਨੀ, ਜਿਹੜਾ ਐਸਾ ਕਰੇਗਾ ਉਹਨੂੰ ਦੰਡ ਦਿੱਤਾ ਜਾਊਗਾ। ਇਸ ਕਰਕੇ ਵੀ ਸਾਡਾ ਹੁਣ ਕੀ ਹੈ? ਜਦੋਂ ਉਹਨਾਂ ਨੇ ਕਹਿਤਾ ਸਾਡੀ ਖੇਲ ਵਿੱਚ ਨਹੀਂ ਆਉਣਾ ਹੈ ਤੇ ਤੁਸੀਂ ਕੋਈ ਦਖਲਅੰਦਾਜ਼ੀ ਨਹੀਂ ਦੇਣੀ ਹੈ। ਸਾਡੇ ਵਿੱਚ ਵੀ ਕੀ ਤਾਕਤ ਹੈ ਵੀ ਐਸਾ ਉਹ ਕਰੇ ਕਰਾਏ? ਨਹੀਂ ਤਾਂ ਉਹ ਮਸਲੇ ਕੀ ਸੀ? ਮੈਂ ਇਕੱਲਾ ਹੀ ਇਕੱਲਾ ਬਥੇਰਾ ਸੀ, ਇੱਕ ਨਹੀਂ ਰਹਿਣ ਦਿੰਦਾ ਸੀ। ਫਿਰ ਕਹਿਣ ਲੱਗਾ ਵੀ ਥੋੜਾ ਜਿਹਾ ਮੈਨੂੰ ਆਪਣੀ ਤਾਕਤ ਦਿਖਾਵੇ, ਤੂੰ ਕਿੱਡਾ ਕਹੇ। ਉਹਦੇ ਦੇਖਦਿਆਂ ਹੀ ਉਹ ਸ਼ਹੀਦ ਸਿੰਘ ਹੈ ਜਿਵੇਂ ਅਸਮਾਨ ਨੂੰ ਜਾ ਕੇ ਸਿਰ ਲੱਗ ਜਾਂਦਾ ਨਾ, ਇਹੋ ਜਿਹਾ ਦਿਖਾਇਆ। ਫਿਰ ਚਰਨੀ ਪੈ ਗਿਆ, ਕਹਿੰਦਾ ਤਸੱਲੀ ਹੋ ਗਈ। ਮੇਰੇ ਤਾਂ ਮਨ ਚ ਵੀ ਮਹਾਰਾਜ ਤਾਕਤ ਵਾਲੇ ਨਹੀਂ ਹੈਗੇ। ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਉਹਨਾਂ ਦੇ ਤੁਸੀਂ ਸ਼ਹੀਦ ਸਿੰਘ, ਧੰਨ ਉਹਨਾਂ ਦੀ ਐਸੀ ਹਜ਼ਾਰਨੋਂ ਜਰਨਾ ਵੀ ਸਭ ਕੁਛ ਹੁੰਦਿਆਂ ਹੋਇਆਂ ਫੇਰ ਨੰਗੇ ਪੈਰੀ ਤੁਰਨਾ। ਇਹ ਸਾਰਾ ਪਰਿਵਾਰ ਬਾਰ ਦੇਣਾ, ਇਹ ਉਹਨਾਂ ਨੂੰ ਬਣਿਆ ਆਉਂਦਾ ਹੈ। ਇਸ ਤਰ੍ਹਾਂ ਇਹ ਰੂਪ ਚੰਦ ਦੀ ਜਿਹੜੀ ਅੰਸ਼ ਹੈ, ਇਸ ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਿਲੇ ਸਨ, ਨਿਹਾਲ ਕੀਤਾ ਸੀ। ਇੱਥੇ ਕਵੀ ਜੀ ਨੇ ਜਿਵੇਂ ਕਿਹਾ ਵੀ ਮਹਾਰਾਜ ਨੇ ਕਿਹਾ ਵੀ ਹੋਰ ਰੂਪ ਵਿੱਚ ਆਵਾਂਗੇ, ਤੁਹਾਡੀ ਸੰਤਾਨ ਤੋਂ ਸੇਵਾ ਵੀ ਲਵਾਂਗੇ। ਜੋਧ ਰਾਏ ਲੈ ਸੰਗ ਬ੍ਰਿੰਦ ਨਰ, ਜੋਧਰ ਜਿਹੜਾ ਜੋਧ ਰਾਏ ਬਹੁਤੇ ਪੁਰਸ਼ ਨਾਲ ਲੈ ਕੇ, ਚਰਨ ਕਮਲ ਟੇਕਿਓ ਸਿਰ ਆਏ। ਜਾਨ ਸਮੇਸ਼ ਨੇ ਵੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਆ ਕੇ ਸਿਰ ਟੇਕਦਾ, ਮੱਥਾ ਟੇਕ ਦਿੱਤਾ ਹੈ। ਭਏ ਅਰੂਢਨ ਸਤਿਗੁਰ ਸੁਆਮੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਉੱਪਰ ਅਸਵਾਰ ਹੋ ਗਏ ਹਨ। ਪਹੁੰਚਾਵਨ ਹਿਤ ਸਾਥ ਸਿਧਾਏ, ਅੱਗੇ ਪਹੁੰਚਾਉਣ ਵਾਸਤੇ ਕੁਛ ਥੋੜਾ ਜਿਹਾ ਇਹ ਨਾਲ ਗਏ ਹਨ। ਦੁੰਦਬ ਬਜੇ ਨਕੀਬ ਪੁਕਾਰਤ, ਗੁਰੂ ਕੇ ਨਗਾਰੇ ਵੱਜ ਰਹੇ ਹੈ, ਚੋਬਦਾਰ ਕਰ ਰਹੇ। ਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ, ਸਤਿਕਾਰ ਨਾਲ ਉੱਠ ਕੇ ਭਾਈ ਨਮਸਕਾਰਾਂ ਕਰੋ, ਹੱਥ ਜੋੜੋ। ਸੈਨਾ ਚੱਲੀ ਮਨਹੋ ਦਰਿਆਏ, ਜਿਹੜੀ ਗੁਰੂ ਕੀ ਫੌਜ ਇਉਂ ਚੱਲੀ ਹੈ ਜਿਵੇਂ ਕੋਈ ਬਹੁਤ ਵੱਡਾ ਦਰਿਆ ਚੱਲਦਾ ਹੁੰਦਾ ਹੈ। ਏਕ ਕੋਸ ਪਾਰ ਥਿਰ ਹੋਏ ਬੋਲੇ, ਕਾਂਗੜ ਤੋਂ ਬਾਹਰ ਇੱਕੋ ਉੱਪਰ ਜਾ ਕੇ ਫਿਰ ਗੁਰੂ ਮਹਾਰਾਜ ਇਸਤਤ ਹੋ ਕੇ ਬੋਲੇ ਹਨ। ਹਟੋ ਅਬੈ ਸਾਦਰ ਹਿਤ ਆਏ, ਕਹਿੰਦੇ ਵੀ ਹੁਣ ਤੁਸੀਂ ਸਾਰੇ ਪਿੱਛੇ ਨੂੰ ਮੁੜ ਜਾਓ, ਕਿਉਂਕਿ ਸਾਰੇ ਤੁਸੀਂ ਸਤਿਕਾਰ ਲਈ ਆਏ ਸੀ। ਉਤਰ ਤੁਰੰਗ ਤੇ ਜੋਧ ਰਾਏ ਤਬ, ਉਸ ਵੇਲੇ ਜੋਧ ਰਾਏ ਘੋੜੇ ਤੋਂ ਹੇਠਾਂ ਉਤਰ ਕਰਕੇ ਆਦਿਕ ਪ੍ਰੇਮ ਤੇ ਪਕਰੇ ਪਾਏ, ਬਹੁਤੇ ਪ੍ਰੇਮ ਪਿਰਿਆ ਵਿੱਚ ਆ ਕੇ ਸਤਿਗੁਰੂ ਦੇ ਚਰਨ ਫੜ ਲਏ ਨੇ। ਆਪਣੇ ਜਾਨ ਯਾਦ ਮੁਝ ਰੱਖ, ਨਾਲ ਚਰਨ ਫੜ ਕੇ ਇਹ ਕਿਹਾ ਕਿ ਮਹਾਰਾਜ ਸਾਨੂੰ ਆਪਣੇ ਜਾਣ ਕੇ ਯਾਦ ਰੱਖਿਓ ਜੀ। ਲੇਹੋ ਮਿਲਹਿ ਆਏ ਆਪ ਸਹਸਾਏ,
ਲੇਹੋ ਮਿਲਾਏ ਆਪ ਸਹਿਸਾਏ। ਆਪ ਜੀ ਨੇ ਮੈਨੂੰ ਛੇਤੀ ਆਪਣੇ ਨਾਲ ਮਿਲਾ ਲੈਣਾ। ਨਹਿ ਵਿਛਰਨ ਕੋ ਮਨ ਕਬ ਕਰਤਾ। हे ਗੁਰੂ ਮਹਾਰਾਜ, ਮੈਂ ਸੱਚ ਕਹਿਣਾ, ਜਿਹੜਾ ਮੇਰਾ ਮਨ ਹੈ ਉਹ ਤੁਹਾਡੇ ਨਾਲ ਵਿਛੜਨ ਨੂੰ ਤਾਂ ਕਰਦਾ ਹੈ ਨਹੀਂ। ਤਉ ਰਾਵਰੀ ਅਮਿਟ ਰਜਾ। ਤਾਂ ਵੀ ਆਪ ਜੀ ਦੀ ਜਿਹੜੀ ਰਜਾ ਆਗਿਆ ਅਮਿਟ ਹੈ, ਮੈਂ ਮੇਟ ਨਹੀਂ ਸਕਦਾ ਹਾਂ। ਤੁਮਰੋ ਸੰਗ ਸਰਬ ਤੇ ਊਤਮ। ਤੁਹਾਡਾ ਜਿਹੜਾ ਸੰਗ ਸਾਥ ਹੈ ਮੇਰੇ ਲਈ ਸਭ ਤੋਂ ਉੱਤਮ ਹੈ। ਆਵ ਚਲ ਆਨੰਦ ਜਿਨਹੋਂ ਤੇ ਪਾਏ। ਜਿਸ ਆਪ ਜੀ ਤੋਂ ਜਿਹੜਾ ਅਚਲ ਰਹਿਣ ਵਾਲਾ ਆਨੰਦ ਹੈ ਭਾਈ ਦਾ ਹੈ। ਸਤਿਗੁਰ ਕਹਿਓ ਮਿਲਿਓ ਤੈ ਨਿਤ ਹੀ। ਗੁਰੂ ਮਹਾਰਾਜ ਕਹਿਣ ਲੱਗੇ ਵੀ ਅੰਦਰੋਂ ਕਰਕੇ ਤਾਂ ਹਮੇਸ਼ਾ ਤੂੰ ਸਾਡੇ ਨਾਲ ਮਿਲਿਆ ਹੋਇਆ ਹੈ। ਲੋਕ ਪਰਲੋਕ ਹੈ ਗੁਰੂ ਸਹਾਇ। ਲੋਕ ਪਰਲੋਕ ਦੇ ਵਿੱਚ ਗੁਰੂ ਤੇਰੇ ਸਹਾਇਕ ਹੋਣਗੇ। ਤੋ ਸੰਤਤ ਕੋ ਹਮਰੀ ਸੰਤਤ। ਬਾਕੀ ਵੀ ਤੇਰੀ ਜਿਹੜੀ ਸੰਤਾਨ ਹੈ ਉਹ ਸਾਡੀ ਸੰਤਾਨ ਨਾਲ, ਸਾਡੇ ਸੁਪੁੱਤਰਾਂ ਨਾਲ। ਤਿਖ ਸੇਵਾ ਕੋ ਆਨੰਦ ਉਪਾਏ। ਹਾਂ, ਤੁਹਾਡੀ ਸੰਤਾਨ ਨੂੰ ਸੇਵਾ ਨੂੰ ਦੇਖ ਕੇ ਸਾਡੀ ਸੇਵਾ ਬੜਾ ਆਨੰਦ ਪੈਦਾ ਕਰੇਗੀ, ਖੁਸ਼ ਹੋਵੇਗੀ। ਗੁਰ ਘਰ ਸੋ ਵੱਡ ਮੇਲ ਭਇਓ ਸ਼ੁਭ। ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਤੁਹਾਡਾ ਬੜਾ ਚੰਗਾ ਸੋਹਣਾ ਜੋੜ ਮੇਲ ਹੋਇਆ। ਜਾਂ ਤੇ ਰਹੋ ਸਦਾ ਸੁਖ ਪਾਏ। ਇਸ ਕਰਕੇ ਹਮੇਸ਼ਾ ਵੀ ਤੁਸੀਂ ਸੁਖ ਪਾਉਂਦੇ ਰਹੋਗੇ। ਵਿਗਨ ਬ੍ਰਿੰਦ ਜੇ ਬਿਬਦ ਵਿਦਨ ਕੇ। ਹਾਂ, ਜਿਹੜੇ ਅਨੇਕਾਂ ਤਰ੍ਹਾਂ ਤਰ੍ਹਾਂ ਦੇ ਸਮੂਹ ਵਿਗਨ ਹਨ, ਭਏ ਬਿਨਾਸ਼ਨ ਬਨਹਿ ਨ ਉਹ ਕਾਏ। ਸਾਰੇ ਤੁਹਾਡੇ ਨਾਸ ਹੋ ਗਏ, ਕੋਈ ਵੀ ਆਉਣ ਵਾਲੇ ਸਮੇਂ ਵਿੱਚ ਵਿਗਨ ਨਹੀਂ ਪਵੇਗਾ। ਇਮ ਕਹਿ ਕਰਿਓ ਹਟਾਵਨ ਘਰ ਕੋ। ਇਸ ਤਰ੍ਹਾਂ ਦੇ ਬਚਨ ਕਹਿ ਕੇ ਜੋਧ ਰਾਏ ਨੂੰ ਵੀ ਘਰ ਵੱਲ ਨੂੰ ਮੋੜ ਦਿੱਤਾ। ਗਇਓ ਚਰਨ ਪੰਕਜ ਲਪਟਾਏ। ਗੁਰੂ ਮਹਾਰਾਜ ਦੇ ਚਰਨਾਂ ਤੇ ਲੱਗ ਕੇ ਮੱਥਾ ਟੇਕ ਕੇ ਵਾਪਸ ਮੁੜ ਗਿਆ। ਗਮਨਤ ਮੁਰ ਮੁਰ ਪਾਛੇ ਹੇਰਤ। ਜੋਧ ਰਾਏ ਘਰ ਵੱਲ ਨੂੰ ਜਾਂਦਾ, ਮੁੜ ਮੁੜ ਕੇ ਪਿੱਛੇ ਨੂੰ ਵੇਖ ਰਿਹਾ ਹੈ। ਜਿਸ ਕੈ ਹਿਰਦੈ ਪ੍ਰੀਤ ਜਿਸ ਅਧਿਕਾਏ। ਜੋਧ ਰਾਏ ਦੇ ਹਿਰਦੇ ਵਿੱਚ ਸਤਿਗੁਰੂ ਲਈ ਬਹੁਤੀ ਪ੍ਰੀਤੀ ਹੈ। ਸਿਮਰਤ ਸਤਿਗੁਰ ਮੂਰਤ ਔਰ ਧਰ। ਆਪਣੇ ਹਿਰਦੇ ਵਿੱਚ ਧਿਆਨ ਧਾਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਿੱਤਰ ਸਰੂਪ ਨੂੰ ਯਾਦ ਕਰਦਾ ਹੈ। ਕਰਤ ਸਰਾਹਨ ਜਨਨ ਸੁਨਾਏ। ਜਿੰਨੇ ਲੋਕ ਨਾਲ ਦੇ ਹਨ ਉਹਨਾਂ ਨੂੰ ਸਲੋਤਾ ਕਰਕੇ ਸਤਿਗੁਰੂ ਦੀ ਸੁਣਾਉਂਦਾ ਜਾਂਦਾ ਹੋਇਆ। ਨਹੀਂ ਗਰੀਬ ਨਿਵਾਜ ਗੁਰੂ ਸਮ। ਭਾਈ ਗੁਰੂ ਹਰਗੋਬਿੰਦ ਸਾਹਿਬ ਵਰਗਾ ਦੁਨੀਆ ਵਿੱਚ ਗਰੀਬਾਂ ਨੂੰ ਨਿਵਾਉਣ ਵਾਲਾ, ਉੱਚੀਆਂ ਚੁੱਕਣ ਵਾਲਾ ਹੋਰ ਕੋਈ ਨਹੀਂ ਇੱਥੇ। ਦਾਸਨ ਸੁਖਦ ਰਿਪਨ ਦੁਖ ਦਾਏ। ਜਿਹੜੇ ਵੀ ਗੁਰੂ ਘਰ ਦੇ ਦਾਸ ਉਹਨਾਂ ਨੂੰ ਸੁਖ ਦੇਣ ਵਾਲੇ ਹੈ, ਜਿਹੜੇ ਗੁਰੂ ਘਰ ਦੇ ਬੈਰੀ ਉਹਨਾਂ ਲਈ ਇਹ ਦੁੱਖ ਦੇਣ ਵਾਲੇ ਦੁਖਦਾਈ ਹਨ। ਸਾਧੂ ਰੂਪ ਚੰਦ ਕਰ ਬੰਦਨ। ਇਸੇ ਤਰ੍ਹਾਂ ਸਾਧੂ ਤੇ ਦੇ ਪੁੱਤਰ ਰੂਪ ਚੰਦ ਨੇ ਵੀ ਮੱਥਾ ਟੇਕਿਆ ਹੈ। ਹਟ ਗੁਰੂ ਕੀ ਆਇਸ ਗੁਰੂ ਪਾਏ। ਹਰਗੋਬਿੰਦ ਸਾਹਿਬ ਦੀ ਆਗਿਆ ਪਾ ਕੇ ਮੰਨ ਕੇ ਵੀ ਵਾਪਸ ਮੁੜ ਆਏ। ਜਿਨ ਕੈ ਹਿਰਦੈ ਬਸੈ ਪ੍ਰਭ ਨਿਸ ਦਿਨ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਧਿਆਨ ਦੁਆਰਾ ਰਾਤ ਦਿਨ ਵਸਦੇ ਹਨ। ਕਿਆ ਮਹਿਮਾ ਤਿਨ ਕਹੋ ਬਨਾ। ਕਵੀ ਜੀ ਕਹਿੰਦੇ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਕੀ ਮਹਿਮਾ ਬਣਾ ਸਵਾਰ ਕੇ ਮੈਂ ਆਖਾਂ। ਵਿਛਰਤ ਲੋਚਨ ਤੇ ਜਲ ਢਰਕਿਓ। ਰੂਪ ਚੰਦ ਤੇ ਸਾਧੂ ਨੂੰ ਜਦੋਂ ਗੁਰੂ ਮਹਾਰਾਜ ਵਿਛੜੇ ਹਨ, ਵਿਛੋੜੇ ਕਰਕੇ ਨੇਤਰਾਂ ਵਿੱਚੋਂ ਜਲ ਹੇਠਾਂ ਡਿੱਗਿਆ ਹੈ। ਨੀਠ ਨੀਠ ਪਾਛੇ ਪਾਰ ਪਾਏ। ਮਸਾਂ ਮਸਾਂ ਪਿੱਛੇ ਨੂੰ ਪੈਰ ਭਾਰੇ ਪਿੱਛੇ ਜਾ ਰਹੇ ਹੈ। ਅਪਰ ਲੋਕ ਭੀ ਦੇ ਕਰ ਧੀਰਜ। ਹੋਰ ਜਿੰਨੇ ਲੋਕ ਆ ਸਾਰਿਆਂ ਨੂੰ ਧੀਰ ਦੇ ਕੇ ਸਤਿਗੁਰਾਂ ਨੇ ਕਰੇ ਹਟਾਵਨ ਤਬ ਸੁਖ ਦਾ। ਜੋ ਸੁਖ ਦੇਣ ਵਾਲੇ ਸਤਿਗੁਰੂ ਹੈ, ਉਦੋਂ ਸਾਰਿਆਂ ਨੂੰ ਪਿੱਛੇ ਨੂੰ ਮੋੜਿਆ ਹੈ। ਗਮਨੇ ਪੰਥ ਬਜਤ ਵੱਡ ਦੁੰਦਬ। ਆਪ ਜੀ ਰਸਤੇ ਵਿੱਚ ਚੱਲ ਰਹੇ ਆ, ਬੜਾ ਕਹਿੰਦੇ ਉੱਚਾ ਨਗਾਰਾ ਵੱਜ ਰਿਹਾ ਹੈ। ਚਮੂ ਚਲਤ ਨਭ ਧੂਲ ਉਡੰਤ। ਗੁਰੂ ਕੀ ਫੌਜ ਚੱਲ ਰਹੀ, ਆਕਾਸ਼ ਵਿੱਚ ਧੂੜ ਉੱਡ ਰਹੀ ਹੈ। ਕਿਤਕ ਕੋਸ ਚੱਲ ਸ੍ਰੀ ਹਰਿ ਗੋਬਿੰਦ। ਕੁਝ ਕੋਹਾਂ ਚੱਲਦੇ ਹੋਏ ਸਵਾਏ ਮਾਨ ਸਤਿਗੁਰੂ ਹਰਗੋਬਿੰਦ ਸਾਹਿਬ
ਸਾਹਿਬ ਜੀ। ਡੇਰਾ ਕਰ ਨਿਸਕੀਨ ਬਿਤੰਤ। ਹਾਂ ਇੱਥੇ ਟਿਕਾਣਾ ਕਰਕੇ ਜਿਹੜੀ ਰਾਤ ਬਤੀਤ ਕੀਤੀ ਹੈ। ਖਿਲਤ ਅਖੇਰ ਚਲਹਿ ਚਿਤ ਭਾਵਤ। ਇਹ ਚਿਤ ਨੂੰ ਪਾਉਂਦਾ ਜੀਵਾਂ ਦੀ ਕਲਿਆਣ ਕਰਦੇ ਸ਼ਿਕਾਰ ਖੇਡਦੇ ਚੱਲ ਰਹੇ। ਸਨੇ ਸਨੇ ਮਗ ਸ੍ਰੀ ਭਗਵੰਤ। ਹੌਲੀ ਹੌਲੀ ਰਸਤੇ ਵਿੱਚ ਪਰਮੇਸ਼ਰ ਰੂਪ ਜਾ ਰਹੇ। ਜਿਨੀ ਜਿੱਥੇ ਰਾਤ ਕੱਟੀ ਉੱਥੋਂ ਦਾ ਕੋਈ ਇੱਥੇ ਨਾ ਥਾਂ ਨਹੀਂ ਆਇਆ ਹੈ। ਮਿਲਹਿ ਆਏ ਨਰ ਆਰਪ ਉਪਾਇਨ। ਜਿੰਨੇ ਵੀ ਨਗਰ ਨਿਵਾਸੀ ਕੋ ਅੱਗੋਂ ਆ ਕੇ ਮਿਲਦੇ ਹੋ ਤਰ੍ਹਾਂ ਤਰ੍ਹਾਂ ਦੀ ਭੇਟਾ ਰੱਖਦੇ ਸਤਿਗੁਰੂ ਅੱਗੇ। ਬੰਦਹਿ ਚਰਨ ਕਮਲ ਸੁਖਵੰਤ। ਜੋ ਸੁਖਾਂ ਵਾਲੇ ਮਹਾਰਾਜ ਦੇ ਚਰਨ ਕਮਲਾਂ ਉਹਨਾਂ ਤੇ ਨਮਸਕਾਰਾਂ ਕਰਦੇ। ਗਮਨਹਿ ਇਮ ਸੁਖੇਨ ਸ੍ਰੀ ਸਤਿਗੁਰ। ਗੁਰੂ ਮਹਾਰਾਜ ਇਸ ਤਰ੍ਹਾਂ ਕਹਿੰਦੇ ਸੌਖੇ ਢੰਗ ਨਾਲ ਹੀ ਚਲਦੇ ਜਾ ਰਹੇ। ਗੁਜਰਵਾਲ ਗ੍ਰਾਮ ਕੋ ਆਏ। ਜਿੱਥੇ ਗੁਜਰਵਾਲ ਨਗਰ ਹੈ ਇੱਧਰ ਨੂੰ ਸਤਿਗੁਰੂ ਜੀ ਆ ਗਏ ਹਨ। ਸ਼ੁਭ ਸਥਾਨ ਪਿਖ ਸੇਵਰ ਕਰਿਓ ਤਹਿ। ਹਾਂ ਗੁਜਰਵਾਲ ਨਗਰ ਤੋਂ ਬਾਹਰ ਸੋਹਣਾ ਕੋਈ ਅਸਥਾਨ ਵੇਖ ਕੇ ਉੱਥੇ ਡੇਰਾ ਕਰ ਲਿਆ, ਤੰਬੂ ਲਾ ਲਏ। ਉਤਰੀ ਸੈਨਾ ਮਿਸਲ ਬਣਾਏ। ਜਿੰਨੀ ਫੌਜ ਆਪੋ ਆਪਣੀ ਪਲਟਨ ਜੀ ਬਣਾ ਕੇ ਉਤਰ ਪਈ ਹੈ। ਸ੍ਰੀ ਹਰਿਗੋਬਿੰਦ ਫਾਰਸ਼ ਕਰਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਗੁਰਸਿੱਖਾਂ ਤੋਂ ਵਿਛਾਈ ਕਰਵਾਈ ਹੈ। ਬੈਠ ਗਏ ਜੁਤ ਨਰ ਸਮੁਦਾਇ। ਬਹੁਤੇ ਨਗਰ ਨਿਵਾਸੀ ਲੋਕਾਂ ਦੇ ਸਿਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ, ਸਜ ਗਏ। ਨਿਕਟ ਨਿਕਟ ਕੇ ਗ੍ਰਾਮ ਸੁਨੀ ਸੁਧ। ਹਾਂ ਨੇੜੇ ਨੇੜੇ ਦੇ ਜਿਹੜੇ ਪਿੰਡ ਆ ਉਹਨਾਂ ਨੇ ਜਦੋਂ ਖਬਰ ਸੁਣੀ ਗੁਰੂ ਮਹਾਰਾਜ ਦੇ ਆਉਣ ਦੀ, ਲਏ ਉਪਾਇਨ ਕੋ ਦਰਸਾਏ। ਆਪੋ ਆਪਣੀਆਂ ਭੇਟਾਂ ਲੈ ਕੇ ਸਤਿਗੁਰੂ ਆ ਕੇ ਦਰਸ਼ਨ ਕਰ ਰਹੇ। ਸ੍ਰੀ ਗੰਗਾ ਘਰ ਮਹਿ ਭੀ ਪ੍ਰਾਪਤ। ਲੋਕ ਆਪੋ ਵਿੱਚ ਹੀ ਕਹਿੰਦੇ ਵੀ ਸਾਡੇ ਘਰ ਵਿੱਚ ਹੀ ਆ ਗੰਗਾ ਪ੍ਰਾਪਤ ਹੋਈ ਹੈ। ਬਾਅਦ ਸਾਡੇ ਗੰਗਾ ਵਾਂਗ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਘਰ ਹੀ ਆ ਗਏ। ਇਮ ਕਹਿ ਆਵਤ ਮੋਦ ਉਪਾਏ। ਜੋ ਲੋਕ ਕਹਿ ਕੇ ਬੜੀ ਖੁਸ਼ੀ ਪੈਦਾ ਕਰਕੇ ਆ ਰਹੇ ਹਨ। ਕਿਤ ਕੋ ਹੋਤ ਸਿੱਖ ਨਵੇਂ ਦਰਸ ਕਰ। ਕਈ ਦਰਸ਼ਨ ਕਰਕੇ ਉਪਦੇਸ਼ ਲੈ ਕੇ ਨਵੇਂ ਸਿੱਖ ਬਣ ਰਹੇ। ਕਿਤ ਕੋ ਪ੍ਰਥਮ ਕੇ ਪਹੁੰਚੈ ਤਾਏ। ਕਈ ਜਿਹੜੇ ਪਹਿਲਾਂ ਦੇ ਗੁਰਸਿੱਖ ਸਜੇ ਹੋਏ ਉਹ ਵੀ ਧਾਵਾ ਦੌੜ ਕੇ ਆ ਕੇ ਦਰਸ਼ਨ ਕਰਦੇ ਆ ਪੁੱਜਦੇ ਹਨ। ਰਹਿਤ ਭੀਰ ਨਿਤ ਸੰਗਤ ਕੀ ਬਾਹ। ਗੁਰੂ ਮਹਾਰਾਜ ਦੇ ਕੋਲ ਹਮੇਸ਼ਾ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਦਰਸਹਿ ਬਿਨੈ ਕਰਹਿ ਬਰ ਪਾਏ। ਦਰਸ਼ਨ ਕਰਦੇ ਆ ਇਸ ਤਰ੍ਹਾਂ ਕਹਿੰਦੇ ਬੜ ਪਾਉਂਦੇ ਹਨ। ਅੰਨ ਦੁਗਧ ਦਦ ਦਰਬਦ ਕੂਲਨ। ਬਹੁਤਾ ਅਨਾਜ ਦੁੱਧ ਦਹੀਂ ਹੋਰ ਜਿਹੜੀ ਮਾਇਆ ਤੇ ਬਸਤਰ। ਤੁਰੰਗ ਸ਼ਸਤਰ ਹਿਤ ਚਹਿ ਔਰ ਪਾਏ। ਘੋੜੇ ਤੇ ਸ਼ਾਸਤਰ ਆਪਣੀ ਜਿਹੜੀ ਕੋਈ ਚਾਹਨਾ ਪੂਰੀਆਂ ਕਰਨ ਵਾਸਤੇ ਭੇਟਾ ਕਰ ਰਹੇ। ਤਹ ਕੋ ਰਾਹ ਵਧਿਓ ਤੋ ਬਹੁ। ਇਹ ਜਿਹੜਾ ਗੁਜਰਵਾਲ ਨਗਰ ਹੈ ਇੱਥੋਂ ਦਾ ਇੱਕ ਜ਼ਿਮੀਂਦਾਰ ਬਹੁਤ ਵਧਿਆ ਫੁੱਲਿਆ ਸੀ, ਬਹੁਤ ਵੱਡਾ ਅਮੀਰ ਸੀ। ਸੁਨੀ ਤਾਹ ਸੁਧ ਗੁਰ ਭਗਵਾਨ। ਉਸ ਨੇ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਦੀ ਇਹ ਸਾਡੇ ਨਗਰ ਆਉਣ ਦੀ ਖਬਰਸਾਰ ਸੁਣ ਲਈ। ਡੇਰਾ ਕਰਿਓ ਆਨ ਕਰ ਬਾਹਰ। ਖਬਰ ਮਿਲੀ ਵੀ ਸਾਡੇ ਨਗਰ ਤੋਂ ਬਾਹਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਟਾਣਾ ਕਰ ਲਿਆ, ਤੰਬੂ ਲਾ ਲਏ। ਹਰਖ ਹਿਰਦੈ ਉਪਜਾਏ ਮਹਾਨ। ਹਾਂ ਸੁਣ ਕੇ ਆਪਣੇ ਹਿਰਦੇ ਵਿੱਚ ਬਹੁਤ ਖੁਸ਼ੀ ਪੈਦਾ ਕੀਤੀ ਹੈ। ਪਿਛਲੇ ਪਹਿਰ ਦਿਵਸ ਕੇ ਆਇਓ। ਜਦੋਂ ਦਿਨ ਦਾ ਪਿਛਲਾ ਪੈਰ ਸੀ ਇਹ ਚੱਲ ਕੇ ਸਤਿਗੁਰੂ ਕੋਲ ਆਇਆ ਹੈ। ਨਰ ਗਨ ਸੰਗ ਲਿਏ ਸਾਵਧਾਨ। ਹਾਂ ਬਹੁਤੇ ਪੁਰਸ਼ ਨਾਲ ਲਏ ਹੋਏ ਐ, ਸਾਵਧਾਨ ਹੈ ਸਤਰਕ ਦੀ ਰੱਖਿਆ ਲਈ। ਅਦਕ ਉਪਾਇਨ ਅਰਪਨ ਕੇ ਹਿਤ। ਬਹੁਤ ਹੀ ਜਿਹੜੀਆਂ ਭੇਟਾਂ ਮਾਂ ਸਤਿਗੁਰੂ ਦੇ ਅੱਗੇ ਰੱਖਣ ਵਾਸਤੇ ਭੇਟਾ ਕਰਨ ਵਾਸਤੇ ਲਿਆਏ ਸਦਨ ਤੇ ਰੁਚ ਕੋ ਠਾਨ। ਬੜੀ ਰੁਚੀ ਧਾਰ ਕੇ ਆਪਣੇ ਘਰ ਦੇ ਵਿੱਚੋਂ ਲੈ ਕੇ ਆਇਆ ਹੈ। ਖੜਗ ਸਿਪਰ ਨਿਜ ਅੰਗ ਬੰਦ ਕਰ। ਹਾਂ ਇਸ ਤਰ੍ਹਾਂ ਤਲਵਾਰ ਤੇ ਢਾਲ ਆਪਣੇ ਇਹਨੇ
ਆ ਕਬਰ ਕਸੇ ਨਾਲ ਬਣੀ ਹੋਈ ਹੈ। ਬਾਜ ਹਾਥ ਪਰ ਲਿਓ ਬਿਠਾਏ ਇਹ ਸੋਹਣਾ ਜਿਹੜਾ ਬਾਜ ਆਪਣੇ ਹੱਥ ਉੱਪਰ ਇਸਨੇ ਜ਼ਿਮੀਦਾਰ ਨੇ ਬਿਠਾ ਲਿਆ। ਕੁਛ ਕੂਕਰ ਆਪਣੇ ਸੰਗ ਕਰਕੇ ਉਹ ਜਿਹੜੇ ਸ਼ਿਕਾਰੀ ਜੇ ਕੁੱਤਰੇ ਉਹ ਵੀ ਆਪਣੇ ਨਾਲ ਹੀ ਲੈ ਲੈਣਾ ਕੀਤੇ ਨੇ। ਬ੍ਰਿਤ ਅਖੇਰ ਸਮਾਜ ਬਣਾਏ ਜਿਵੇਂ ਸ਼ਿਕਾਰ ਵਾਸਤੇ ਸਾਜੋ ਸਮਾਨ ਚਾਹੀਦਾ ਹੋਏ ਜਾਂ ਢੰਗ ਵੰਗੇ ਨੇ ਬਣਾ ਲਿਆ। ਗੁਰ ਕੋ ਮਿਲ ਪੁਨ ਚਲ ਹੈ ਵਹਿਰ ਕੋ ਮਨ ਵਿੱਚ ਖਿਆਲ ਪੈਦਾ ਵੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਾ ਜੁਨਾਂਗੇ, ਫਿਰ ਸ਼ਿਕਾਰ ਕਰਨ ਲਈ ਬਾਹਰ ਚਲੇ ਜਾਵਾਂਗੇ। ਕਰ ਹੈ ਸ਼ਿਕਾਰ ਸਦਨ ਤਬ ਆਏ ਹਾਂ, ਇਸ ਤਰ੍ਹਾਂ ਸ਼ਿਕਾਰ ਜਾ ਕਰਕੇ ਫਿਰ ਘਰ ਵੱਲ ਨੂੰ ਆ ਜਾਵਾਂਗੇ। ਇਮ ਕਹਿ ਚੜ ਤੁਰੰਗ ਪਰ ਪਹੁੰਚਿਓ ਇਸ ਤਰ੍ਹਾਂ ਕਹਿ ਕੇ ਘੋੜੇ ਉੱਪਰ ਚੜ ਕੇ ਪਹੁੰਚ ਗਿਆ। ਕਿਤਕ ਸੌਰ ਸੰਗ ਦੁੱਤ ਕੁਝ ਪਾਏ ਜਿਹੜੇ ਘੋੜਾ ਸਵਾਰੇ ਦੇ ਨਾਲ ਸ਼ੋਭਾ ਪਾ ਰਹੇ ਆ। ਗੁਰੂ ਸਿਵਰ ਕੇ ਨਿਕਟ ਉਤਰ ਕਰ ਗੁਰੂ ਹਰਗੋਬਿੰਦ ਸਾਹਿਬ ਦਾ ਜਿੱਥੇ ਤੰਬੂ ਲੱਗਿਆ ਉੱਥੇ ਨੇੜੇ ਜੇ ਘੋੜੇ ਤੋਂ ਹੇਠਾਂ ਉਤਰ ਕੇ ਆਗੇ ਕਰ ਅਕੋਰ ਸਮਦਾਏ ਇੰਨੀਆਂ ਸੂਹ ਭੇਟਾਵਾਂ ਅਸੀਂ ਉਹਨਾਂ ਨੂੰ ਅੱਗੇ ਕਰ ਲਿਆ ਹੈ। ਪਹੁੰਚ ਸਮੀਪ ਗਹੇ ਪਗ ਪੰਕਜ ਜਿਹੜੇ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਵਲ ਵਰਗੇ ਚਰਨ ਇਸਨੇ ਪਕੜ ਲਏ। ਬੰਦਨ ਕਰੀ ਸੀਸ ਕੋ ਨਿਆਏ ਬਹੁਤ ਹੀ ਸਿਰ ਨਵਾ ਕੇ ਇਸਨੇ ਸ਼ਰਧਾ ਨਾਲ ਨਮਸਕਾਰ ਕੀਤੀ। ਬੈਠਿਓ ਨਿਕਟ ਬਿਕਟ ਭਟ ਗੁਰ ਕੇ ਹਾਂ, ਜਿਹੜੇ ਨਾ ਕੱਟੇ ਜਾਣ ਵਾਲੇ ਸਤਿਗੁਰੂ ਹੋਣ ਸੂਰਬੀਰਾਂ ਉਹਨਾਂ ਦੇ ਕੋਲੇ ਸ਼ਰਧਾ ਨਾਲ ਬੈਠ ਗਿਆ ਹੈ। ਦੇਖਤ ਭਇਓ ਸ਼ੇਰ ਸਮਤਾ ਜਿੰਨੇ ਸੂਰਬੀਰ ਉਹਨਾਂ ਵੱਲੋਂ ਵੀ ਵੇਖਿਆ ਵੀ ਗੁਰੂ ਮਹਾਰਾਜ ਦੇ ਜਿੰਨੇ ਸੂਰਬੀਰ ਹੈ ਨਾ ਕੱਟੇ ਜਾਣ ਵਾਲੇ ਸ਼ੇਰਾਂ ਵਰਗੇ ਬਹਾਦਰ ਹੈ। ਰਣ ਕੀ ਬਾਤ ਬੂਝ ਹਰ ਖਾਇਓ ਹਾਂ, ਜੰਗ ਜੁੱਧਾਂ ਦੀਆਂ ਗੱਲਾਂ ਬਾਤਾਂ ਪੁੱਛ ਕੇ ਖੁਸ਼ ਹੋ ਰਿਹਾ ਹੈ। ਵਿਧੀ ਚੰਦ ਸਭ ਕਹੀ ਜੰਗ ਸੁਨਾਏ ਜੁੱਧ ਦੀ ਗੱਲਬਾਤ ਵਿਧੀ ਚੰਦ ਨੇ ਸਾਰੀ ਸੁਣਾ ਕੇ ਕਹਿ ਦਿੱਤੀ ਹੈ। ਸ੍ਰੀ ਹਰਿਗੋਬਿੰਦ ਕੁਸ਼ਲ ਪ੍ਰਸ਼ਨ ਕਰ ਗੁਰੂ ਮਹਾਰਾਜ ਨੇ ਵੀ ਸੁਖ ਸਾਧ ਰਾਜੀ ਬਾਜੀ ਪੁੱਛੀ ਦੱਸੀ ਹੈ। ਕਰ ਪਾਰ ਬਾਜ ਬਿਲੋਕਨ ਕੀਨ ਮੇਰੇ ਜ਼ਿਮੀਦਾਰ ਦੇ ਹੱਥ ਉੱਪਰ ਬਾਜਾ ਰੱਖਿਆ ਸੋਹਣਾ ਉਹ ਸਤਿਗੁਰੂ ਨੇ ਵੇਖਣਾ ਕੀਤਾ, ਪੁੱਛਣਾ ਕੀਤਾ ਹੈ। ਬੂਝਤ ਭਏ ਕਹੋ ਇਹੋ ਕਸ ਹੈ ਪੁੱਛਣ ਲੱਗੇ ਵੀ ਸਰਦਾਰਾ ਇਹ ਕਿਸ ਤਰ੍ਹਾਂ ਦਾ ਬਾਜ ਹੈ। ਕਹੈ ਬਿਹੰਗਨ ਕਿਮ ਬਲ ਪੀਨ ਜਿਵੇਂ ਆਪਣੇ ਤਕੜੇ ਬਲ ਨਾਲ ਪੰਛੀਆਂ ਨੂੰ ਇਹ ਝਪਟ ਮਾਰ ਕੇ ਫੜਦਾ ਹੈ। ਸੀਂਛਤ ਕਰਿਓ ਕਿ ਨਹਿ ਆਬ ਲੋ ਇਹੋ ਇਹ ਵਈ ਇਹਨੂੰ ਸਿੱਖਿਆ ਦੇ ਸਹਿਜ ਕੀ ਤੈਨੂੰ ਸਿਖਾਇਆ ਹੋਇਆ, ਹੁਣ ਤੱਕ ਇਹ ਨਹੀਂ ਸਿਖਾਇਆ ਹੈ। ਕਿਤ ਤੇ ਆਏ ਕਿਦੋ ਮੁੱਲ ਲੀਨ ਕਿਤੋਂ ਐਵੇਂ ਆ ਗਿਆ ਜਾਂ ਵੇ ਕਿਤੋਂ ਤੂੰ ਇਹਨੂੰ ਮੁੱਲ ਲੈ ਰਿਹਾ ਹੈ। ਕਿਤਕ ਕਾਲ ਤੋ ਤੁਮ ਸਮੀਪ ਹੈ ਨੇਕ ਸਮਾਂ ਦੇ ਤੇਰੇ ਕੋਲੇ ਵੀ ਬਾਜ ਹੈ। ਕਾਰਨ ਅਖੇਰ ਸ਼ੌਕ ਚਿਤ ਲੀਨ ਕਿਉਂਕਿ ਇਸ ਤਰ੍ਹਾਂ ਸ਼ਿਕਾਰ ਕਰਨ ਵਾਸਤੇ ਚਿੱਤ ਵਿੱਚ ਤੂੰ ਕਹਿੰਦੇ ਜਿਹੜਾ ਹੈ ਨਾ ਬਾਜ ਲਿਆ ਹੋਇਆ ਹੈ। ਨਾਮ ਫਤੂਹੀ ਰਾਹਕ ਕੋ ਇਹ ਤੇ ਜ਼ਿਮੀਦਾਰ ਦਾ ਜਿਹੜਾ ਨਾਮ ਸੀ ਉਹ ਫਤੂਹੀ ਹੈ ਸੀ। ਕਹਿਤ ਭਇਓ ਸੁਨੀਐ ਮਹਾਰਾਜ ਇਹ ਫਤੂਹੀ ਨਾਮ ਦਾ ਜ਼ਿਮੀਦਾਰ ਕਹਿਣ ਲੱਗਾ ਹੈ ਗੁਰੂ ਮਹਾਰਾਜ ਸੁਣੀਏ ਜੀ। ਦੂਰ ਦੇਸ਼ ਕੋ ਮੁਝ ਢਿਗ ਆਇਆ ਔਰ ਬਹੁਤ ਦੂਰ ਦੇ ਦੇਸ਼ ਤੋਂ ਮੇਰੇ ਕੋਲ ਆਇਆ ਹੈ ਬਾਜ। ਇਹੋ ਸੁੰਦਰ ਸਿੰਛਤ ਹੈ ਬਾਜ ਇਹ ਸੋਹਣਾ ਬਾਜ ਮਹਾਰਾਜ ਸਿੱਖਿਆ ਸਿਖਾਈ ਹੋਈ ਹੈ। ਝਪਟਤ ਵੱਡੇ ਬਿਹੰਗਨ ਗਨ ਕੋ ਬੜੇ ਬੜੇ ਜਿਹੜੇ ਸਮੂਹ ਪੰਛੀ ਉਹਨਾਂ ਨੂੰ ਵੀ ਇਹ ਝਪਟਾ ਮਾਰਦਾ। ਰਾਖਿਓ ਮੈਂ ਅਖੇਰ ਕੇ ਕਾਜ ਇਸ ਤਰ੍ਹਾਂ ਮਹਾਰਾਜ ਸ਼ਿਕਾਰ ਕਰਨ ਵਾਸਤੇ ਕੀਮਤੀ ਬਾਜ ਮੈਨੇ ਰੱਖਿਆ ਹੋਇਆ। ਬਹੁ ਵਿਦ ਸੋ ਇਸ ਪਾਰਨ ਕਰ ਫੇਰ ਹਾਂ ਮਹਾਰਾਜ ਬਹੁਤ ਤਰ੍ਹਾਂ ਦੀਆਂ ਇਹਨੂੰ ਵੀ ਮੈਂ ਪਾਲਣਾ ਪੋਸ਼ਣਾ ਕਰਦਾ, ਹਰ ਵਸਤੂ ਪਿਆ ਖਵਾ ਕੇ। ਜਤਨ ਅਨੇਕਨ ਕੋ ਉਪਰਾਜ ਅਨੇਕਾਂ ਤਰ੍ਹਾਂ ਦੇ ਜਿਹੜੇ ਯਤਨ ਹੈ ਵੀ ਇਹ ਠੀਕ ਰਹੇ ਨਿਰੋਗ ਰਹੇ ਉਹ ਪੈਦਾ
करके ਖਾਨ ਪਾਨ ਇਸ ਕੋ ਨਿਜ ਹਾਥਨ ਜਿਹੜਾ ਬਾਜ ਨੂੰ ਕੋਈ ਖਾਣਾ ਪੀਣਾ ਦੇਣਾ ਮਾਸ ਦੀ ਬੋਟੀ ਦੇਣੀ ਆਪਣੇ ਹੱਥਾਂ ਨਾਲ ਕਰਤ ਰਹੋ ਮੈਂ ਨਿਕਟ ਰਖਾਏ ਆਪਣੇ ਕੋਲ ਰੱਖ ਕੇ ਸਾਰਾ ਇਹਦਾ ਖਾਣ ਪੀਣ ਦਾ ਮੈਂ ਬੰਦੋਬਸਤ ਕਰਦਾ ਰਹਿਣਾ ਹਾਂ ਆਦਿਕ ਅਖੇਰ ਤਮਾਸ਼ ਦਿਖਾਵਤ ਜਦੋਂ ਕਿਤੇ ਸ਼ਿਕਾਰ ਨੂੰ ਜਾਂਦੇ ਆ ਫਿਰ ਬਾਜ ਮਾਰਾ ਝਪਟਾ ਮਾਰ ਮਾਰ ਕੇ ਪੰਛੀਆਂ ਦੇ ਬੜੇ ਤਮਾਸ਼ੇ ਦਿਖਾਉਂਦਾ ਹੈ ਕੋ ਖਗ ਝਪਟੇ ਨਹਿ ਬਚ ਜਾਏ ਇਹਨੂੰ ਮਾਰਾ ਇਹ ਸਾਡਾ ਬਾਜ ਝਪਟ ਮਾਰ ਦੇ ਫਿਰ ਪੰਛੀ ਉਹ ਬੁਝਾਉਂਦਾ ਨਹੀਂ ਬਚ ਕੇ ਜਾ ਸਕਦਾ ਜੋ ਬਾਜਨ ਕੇ ਗੁਣ ਸਭ ਹੈ ਧਾਰੇ ਗੁਰੂ ਹਰਗੋਬਿੰਦ ਸਾਹਿਬ ਜੋ ਬਾਜਾਂ ਵਿੱਚ ਗੁਣ ਹੁੰਦੇ ਉਹ ਸਾਰੇ ਆਪਣੇ ਵਿੱਚ ਹੀ ਰੱਖ ਰਿਹਾ ਹੈ ਕਰ ਤਾਰੀਫ ਮੈਂ ਕਿਤਕ ਸੁਨਾਏ ਕਿੰਨੀ ਕੁ ਮਾਰਾ ਇਹਦੀ ਵਡਿਆਈ ਕਰਕੇ ਮੈਂ ਬਾਜ ਜੀ ਆਪ ਜੀ ਨੂੰ ਸੁਣਾਵਾਂ ਨਿਸ ਬਾਸਰ ਮਹਿ ਨਹਿ ਵਿਸਾਹ ਇਹ ਕਰ ਮਾਰਾ ਕੀਮਤੀ ਬਾਜ ਹੈ ਦਿਨ ਰਾਤ ਮੈਂ ਕਿਸੇ ਤੇ ਭਰੋਸਾ ਨਹੀਂ ਕਰਦਾ ਹਾਂ ਰਾਖੋ ਨਿਤ ਹੀ ਨਿਕਟ ਬਿਠਾਏ ਹਮੇਸ਼ਾ ਕਹਿੰਦੇ ਆਪਣੇ ਕੋਲ ਇਹਨੂੰ ਬਿਠਾ ਕੇ ਰੱਖਦਾ ਆਪਣੀ ਨਿਗਾਹ ਵਿੱਚ ਰੱਖਦਾ ਹਾਂ ਸੁਨਤ ਬਾਜ ਗੁਣ ਸਤਿਗੁਰ ਬੋਲੇ ਨਾ ਬਾਜ ਵਿੱਚ ਬਹੁਤੇ ਗੁਣ ਸੁਣ ਕੇ ਸਤਿਗੁਰੂ ਜੀ ਬੋਲੇ ਪਿਆਰੀ ਵਸਤ ਗੁਰੂ ਆਰ ਪੰਤ ਕਹਿੰਦੇ ਵੀ ਜਿਹੜੀ ਸਭ ਤੋਂ ਪਿਆਰੀ ਵਸਤੂ ਹੋਵੇ ਉਹ ਤਾਂ ਸਤਿਗੁਰੂ ਨੂੰ ਭੇਟਾ ਕਰੀਦੀ ਹੁੰਦੀ ਹੈ ਤਿਸ ਕੋ ਫਲ ਆਤਸ਼ੈ ਹੋਏ ਪ੍ਰਾਪਤ ਫਿਰ ਉਸ ਨੂੰ ਕਹਿੰਦੇ ਬਹੁਤਾ ਜਿਹੜਾ ਫਲ ਹੈ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਜਾਂ ਤੇ ਹਮਕੋ ਦੇਹੋ ਸੁਹੰਤ ਇਸ ਕਰਕੇ ਵੀ ਇਹ ਜਿਹੜਾ ਬਾਜ ਹੈ ਸਾਨੂੰ ਦੁਣੀ ਤੈਨੂੰ ਸੋਭਦਾ ਹੈ ਕਰ ਹੈ ਅਖੇਰ ਸੰਗ ਅਬ ਇਸ ਕੇ ਕਿਉਂਕਿ ਹੁਣ ਇਹ ਬਾਜ ਦੇ ਨਾਲ ਅਸੀਂ ਵੀ ਸ਼ਿਕਾਰ ਬਿਰਤੀ ਕਰਾਂਗੇ ਫੇਰ ਹੈ ਗੁਣ ਚੇਤਕ ਬਰਨੰਤ ਜਿੰਨੇ ਕੇ ਬਾਜ ਵਿੱਚ ਨੂੰ ਗੁਣ ਕਹੀ ਜਾਣਾ ਹੈ ਵੀ ਉਹ ਸ਼ਿਕਾਰ ਦੇ ਮਨ ਦੇ ਨਾਲ ਅਸੀਂ ਇਹ ਦੇਖ ਲਵਾਂਗੇ ਕਿਮ ਝਟਪਟ ਹੈ ਵੱਡੇ ਬਿਹੰਗ ਬੜੇ ਬੜੇ ਪੰਛੀਆਂ ਨੂੰ ਕਿਵੇਂ ਬਾਜ ਝਪਟਾ ਮਾਰਦਾ ਹੈ ਕਿਮ ਕਰ ਬੇਗ ਉਡਤ ਪਕਰੰਤ ਕਿਵੇਂ ਬੜੀ ਤੇਜ਼ੀ ਕਰਕੇ ਉੱਡ ਕੇ ਪੰਛੀਆਂ ਨੂੰ ਫੜਦਾ ਹੈ ਸੁਨਤ ਫਤੂਹੀ ਅਰਜ ਗੁਜਾਰੀ ਸੁਣ ਕੇ ਫਤੂਹੀ ਨਾਮ ਦੇ ਜੱਟ ਨੇ ਬੇਨਤੀ ਕਹੀ ਸ੍ਰੀ ਪ੍ਰਭ ਮੁਝ ਤੇ ਦਿਓ ਨ ਕਹਿਣ ਲੱਗਾ ਜਾਏ ਮਹਾਰਾਜ ਇੱਕ ਜਿਹੜਾ ਬਾਜ ਹੈ ਮੈਥੋਂ ਤਾਂ ਨਹੀਂ ਤੁਹਾਨੂੰ ਦਿੱਤਾ ਜਾਂਦਾ ਆਦਿਕ ਪ੍ਰੇਮ ਹੈ ਇਸ ਮਹਿਮਨ ਕੋ ਮੇਰੇ ਮਨ ਦਾ ਤਾਂ ਪ੍ਰੇਮ ਇਹ ਬਾਜ ਨਾਲ ਬਹੁਤਾ ਹੀ ਹੈ ਨਹਿ ਨਿਆਰੋ ਮੈਂ ਕਰਾਂ ਜਿੰਨਾ ਚਿਰ ਕਦਾ ਮਹਾਰਾਜ ਜ਼ਿੰਦਗੀ ਉਹਨਾਂ ਚਿਰ ਤਾਂ ਨਹੀਂ ਮੈਂ ਆਪਣੇ ਤੁਹਾਨੂੰ ਵੱਖਰਾ ਕਰ ਸਕਦਾ ਦੇਸ਼ ਵਿਦੇਸ਼ਨ ਸਗਰੀ ਦੇਸ਼ ਤੇ ਮਹਾਰਾਜ ਦੇਸਾਂ ਵਿੱਚੋਂ ਪ੍ਰਦੇਸਾਂ ਵਿੱਚੋਂ ਸਾਰੀਆਂ ਤਰਫਾਂ ਵਿੱਚੋਂ ਤੁਮ ਕੋ ਵਸਤ ਚਲੀ ਗਨ ਸਾਨੂੰ ਆਏ ਤਾਂ ਬਹੁਤ ਹੀ ਮਾਰਾ ਅਜੀਬ ਕਿਸਮਾਂ ਵਸਤੂਆਂ ਚੀਜ਼ਾਂ ਚਲੀਆਂ ਆ ਰਹੀਆਂ ਮੁਝ ਢਿੱਗ ਤੋਂ ਇੱਕ ਇਹੀ ਬਾਜ ਹੈ ਮੇਰੇ ਕੋਲ ਤਾਂ ਸਿਰਫ ਇੱਕੋ ਇੱਕ ਸੋਹਣਾ ਜਿਹਾ ਬਾਜ ਹੈ ਪ੍ਰਿਯ ਮਨ ਕੋ ਮੈਂ ਰਖੋ ਬਣਾਏ ਮੇਰੇ ਮਨ ਨੂੰ ਬੜਾ ਪਿਆਰਾ ਹੈ ਇਹਨੂੰ ਬੜਾ ਬਣਾ ਸਵਾਰ ਕੇ ਸੰਭਾਲ ਕੇ ਮੈਂ ਰੱਖਦਾ ਹਾਂ। ਸ੍ਰੀ ਗੁਰ ਲਖੀ ਕਿਰਪਨ ਇਹ ਮਨ ਕੋ ਗੁਰੂ ਮਹਾਰਾਜ ਨੇ ਜਾਣ ਲਿਆ ਵੀ ਉਂਝ ਤਾਂ ਇਹ ਸਰਦਾਰ ਅਮੀਰ ਦਾ ਮੰਦਾ ਤਾਂ ਕਚੂਸ ਹੀ ਹੈ ਕਰਿਓ ਬਚਨ ਤਿਸ ਕੋ ਤਤਕਾਲ ਉਸੇ ਵੇਲੇ ਗੁਰੂ ਮਹਾਰਾਜ ਨੇ ਇਹਨੂੰ ਬਚਨ ਕਰ ਦਿੱਤਾ ਬੜੀ ਛੇਤੀ ਜੇ ਗੁਰ ਉਚਿਤ ਵਸਤ ਕੁਛ ਹੋਵੇ ਕਹਿੰਦੇ ਵੀ ਜਿਹੜੀ ਕੋਈ ਵਸਤੂ ਹੈ ਸਤਿਗੁਰੂ ਦੇ ਘਰ ਦੇ ਜੋਗ ਹੋਵੇ ਸੋ ਪਹੁੰਚੈਗੀ ਆਏ ਉਤਾਰ ਉਹ ਆਪੇ ਕਹਿੰਦੇ ਬੜੀ ਛੇਤੀ ਆ ਪਹੁੰਚੇਗੀ ਨਹਿ ਦੇਵਨ ਕੋ ਆਪ ਜਸ ਲੇਵਨ ਜਿਹੜਾ ਵੀ ਗੁਰੂ ਦੇ ਕਹਿਣ ਕਰਕੇ ਵੀ ਇਹ ਵਸਤੂ ਨਹੀਂ ਦਿੰਦਾ ਉਹ ਤਾਂ ਫਿਰ ਆਪਣੀ ਬਦਨਾਮੀ ਕਰਾਉਂਦਾ ਹੈ ਸੋ ਪ੍ਰਾਪਤ ਹੀ ਹੋਤ ਵਿਸਾਲ ਤੇ ਉਹ ਜਿਹੜੀ ਪਰਮਸਤੂ ਉਹ ਤਾਂ ਗੁਰੂ ਨੇ ਸਹਿਜੇ ਪ੍ਰਾਪਤ ਹੋ ਜਾਂਦੀ ਵਾਪੇ ਆ ਜਾਂਦੀ ਹੁੰਦੀ ਮੂਡ ਫਤੂਹੀ ਲਖ ਨਹਿ ਸਾਕਹਿ ਪਰ ਰੋਹੀ ਜੱਟ ਕਹਿੰਦੇ ਮੂਰਖ ਹੀ ਸਤਿਗੁਰੂ ਦੀ ਰਮਜ ਨੂੰ ਜਾਣ ਨਹੀਂ ਸਕਿਆ ਕਰ ਅਬ ਬੰਦਨ ਉਠ ਤਬ ਚਾਲ ਉਸੇ ਵੇਲੇ ਮੱਥਾ ਜਾ ਟੇਕ ਕੇ ਉੱਠ ਚੱਲਿਆ ਮਨ ਭਾ ਮਨ ਭੰਗ ਬਿਰਸ ਗੁਰ ਸੰਗਹਿ ਮਾਰਾ ਨਾਲ ਬੇਰਸੀ ਜੀ ਹੋਣ ਕਰਕੇ ਇਹਦਾ
ਮਨ ਬੜਾ ਉਦਾਸ ਜਾ ਹੋ ਗਿਆ। ਗਇਓ ਨ ਬਹਿਰ ਹਟਿਓ ਘਰ ਆਏ। ਬਾਹਰ ਨੂੰ ਨਹੀਂ ਗਿਆ, ਕਹਿੰਦੇ ਘਰ ਨੂੰ ਹੀ ਮੁੜ ਆਇਆ ਹੈ। ਬਿਖ ਆਂਡੇ ਪਰ ਬਾਜ ਬਿਠਾਇਵ। ਉਹ ਅੱਡਾ ਜਾ ਵੇਖ ਕੇ ਉਹਦੇ ਉੱਪਰ ਬਾਜ ਨੂੰ ਜਾ ਬਿਠਾਇਆ ਹੈ। ਆਪ ਮੰਚ ਪਰ ਥਿਰਿਓ ਤਦਾਏ। ਆਪ ਤਦੋਂ ਇਹ ਜ਼ਿਮੀਦਾਰ ਪੂਰੀ ਪਣਗ ਉੱਪਰ ਬੈਠ ਗਿਆ। ਚਿਤਵਤ ਚਿਤ ਗੁਰ ਜਾਚਨ ਕੀਨਸ। ਚਿਤ ਵਿੱਚ ਸੋਚਾਂ ਸੋਚਦਾ ਵੀ ਵੇਖੋ ਮਹਾਰਾਜ ਨੇ ਸੋਹਣਾ ਬਾਜ ਮੰਗ ਲਿਆ ਮੈਥੋਂ। ਪ੍ਰਿਯ ਮਨ ਕੋ ਕਿਮ ਦਿਓ ਨ ਜਾਏ। ਇਹ ਤਾਂ ਮਨ ਦਾ ਪਿਆਰਾ ਬਾਜ ਸੀ, ਮੈਥੋਂ ਭਲਾ ਕਿਵੇਂ ਦਿੱਤਾ ਜਾ ਸਕਦਾ। ਕਰ ਪਰ ਮੈਂ ਬਿਠਾਏ ਕਰ ਗਮਨਿਓ। ਕਹਿੰਦਾ ਐਵੇਂ ਮੈਂ ਹੱਥ ਉੱਪਰ ਬਿਠਾ ਕੇ ਚਲਿਆ ਗਿਆ। ਨਹਿ ਨੀਕੀ ਇਹ ਤਿਨਹੋ ਦਿਖਾਏ। ਇਹ ਮੈਂ ਚੰਗੀ ਗੱਲ ਨਹੀਂ ਕੀਤੀ ਹੈ ਵੀ ਜਿਹੜਾ ਸਤਿਗੁਰੂ ਨੂੰ ਲਿਜਾ ਕੇ ਬਾਜ ਦਿਖਾਇਆ। ਹਿਰਦੈ ਵਿਚਾਰਤ ਬਾਜ ਨਿਹਾਰਤ। ਹਿਰਦੇ ਵਿੱਚ ਸੋਚਦਾ ਵੀ ਮਾੜੀ ਗੱਲ ਕੀਤੀ, ਜੇ ਨਾਲ ਜਾਂਦਾ ਤਾਂ ਉਹ ਗਲਤਾਂ ਨਾ ਹੁੰਦੀ। ਰਸਤੇ ਦੇਖਦਿਆਂ ਜਿਹੜਾ ਬਾਜ ਸੀ, ਇੱਕ ਰੋਸ਼ਮ ਡੋਰਾ ਤਿਸ ਪਾਸ। ਕਹਿੰਦੇ ਇੱਕ ਰੇਸ਼ਮ ਦੀ ਡੋਰੀ ਜੀ ਰੱਸੀ ਜੀ ਇਹਦੇ ਕੋਲ ਪਈ ਹੋਈ ਸੀ। ਕਹਿ ਤੋ ਚੋਂਚ ਮੈਂ ਨਿਗਲ ਗਇਓ ਤਬ। ਚੁੰਝ ਵਿੱਚ ਰੱਸੀ ਜੀ ਰੇਸ਼ਮ ਦੀ ਫੜ ਕੇ ਅੰਦਰ ਲੰਘਾ ਗਿਆ ਹੈ। ਦੇਖ ਤੋ ਫਤੂਹੀ ਰਹਿ ਗਾ ਤਾਸ। ਜਿਹੜਾ ਫਤੂਹੀ ਜ਼ਿਮੀਦਾਰ ਕਹਿੰਦੇ ਕੋਲ ਬੈਠੇ ਹੀ ਦੇਖਦਾ ਰਹਿ ਗਿਆ ਹੈ। ਤੂਰਨ ਕਰਤਿਓ ਗਹਿਤ ਰਹਿਓ ਤੇਹ। ਬੜੀ ਛੇਤੀ ਕਰਕੇ ਫੜ ਕੇ ਕਹਿੰਦੇ ਉਹ ਰੱਸੀ ਵੀ ਅੰਦਰ ਨਾ ਲਗਾ ਜਾਵੇ। ਕਹਿੰਦੇ ਬੜਾ ਯਤਨ ਕਰ ਰਿਹਾ। ਨਹਿ ਬਚਾਵ ਹੋਇਓ ਪਛਤਾਸ। ਕੋਈ ਬਚਾ ਹੋ ਹੀ ਨਹੀਂ ਸਕਿਆ, ਪਛਤਾਉਂਦਾ ਹੈ। ਅੰਤਰ ਗਇਓ ਬਿਹਾਲ ਭਇਓ ਤਬ। ਜਦੋਂ ਰੇਸ਼ਮ ਦੀ ਰੱਸੀ ਜੀ ਅੰਦਰ ਚਲੀ ਗਈ ਉਦੋਂ ਹੀ ਬਾਜ ਬਿਆਕਲ ਜਾ ਹੋ ਗਿਆ। ਲੋਟ ਪੋਟ ਦੁਖ ਤੇ ਜਿਮ ਨਾਸ। ਹਾਂ ਕਹਿੰਦੇ ਲੋਟ ਪੋਟਣੀਆਂ ਜਾਂ ਖਾਣ ਲੱਗ ਗਿਆ, ਜਿਵੇਂ ਦੁੱਖ ਕਰਕੇ ਵੀ ਮੈਂ ਨਾਲ ਹੀ ਮਰੀ ਜਾਣਾ ਹੁੰਦਾ ਹੈ। ਘਨੇ ਉਪਾਵਨ ਕਰਤ ਫਤੂਹੀ। ਫਿਰ ਜਿਹੜਾ ਜ਼ਿਮੀਦਾਰ ਫਤੂਹੀ ਹੈ ਬੜੇ ਉਪਰਾਲੇ ਹੀਲੇ ਬੜੇ ਭਜਨ ਅਠ ਕਰਦਾ ਹੈ। ਭਇਓ ਬਾਜ ਜਿਮ ਪ੍ਰਾਨਨ ਹਾਨ। ਇਸ ਤਰ੍ਹਾਂ ਕਹਿੰਦੇ ਬਾਜ ਦੀ ਹਾਲਤ ਹੋ ਗਈ ਹੈ ਵੀ ਜਿਵੇਂ ਇਹਦੇ ਪ੍ਰਾਣ ਨਾਸ ਹੋ ਜਾਣਗੇ, ਮਰ ਜਾਵੇ। ਜਾਤ ਹਾਥ ਤੇ ਮਿਰਤਕ ਹੋਏ ਅਬ। ਵੀ ਮੇਰੇ ਤਾਂ ਹੁਣ ਹੱਥਾਂ ਤੋਂ ਚਲਿਆ ਜਾਏਗਾ, ਇਹ ਤਾਂ ਹੁਣ ਵੀ ਮਾਰੀ ਜਾਏਗਾ। ਗੁਰ ਗਾਥਾ ਮਨ ਮਹਿ ਤਬ ਆਨ। ਇਹ ਜੋ ਗੁਰੂ ਮਹਾਰਾਜ ਦੀ ਗੱਲਬਾਤ ਕਹੀ ਉਹ ਮਨ ਵਿੱਚ ਇਹਦੇ ਆਈ ਹੈ। ਦੇਵੋ ਤਿਨਹਿ ਮਰਨ ਅਬ ਲਾਗਿਓ। ਕਹਿੰਦੇ ਵੀ ਮਹਾਰਾਜ ਨੂੰ ਜਾ ਕੇ ਦੇ ਦਈਏ, ਹੁਣ ਤਾਂ ਮਰਨ ਲੱਗਿਆ ਹੈ। ਬਨੋ ਸਮੁਖ ਤਿਨ ਬਾਕ ਸਮਾਨ। ਉਹਨਾਂ ਦੇ ਬਚਨ ਮੰਨ ਕੇ ਮੈਂ ਸਨਮੁਖ ਬਣ ਜਾ, ਬੇਮੁਖ ਨਾ ਰਹਾ। ਪੁਨ ਮਾਰ ਜਾਏ ਰਹਿ ਕੇ ਜੀਵ। ਮਹਾਰਾਜ ਨੂੰ ਭੇਟਾ ਕਰਕੇ ਫਿਰ ਭਾਵੇਂ ਜਿਉਂਦਾ ਰਹੇ ਜੇ ਭਾਵੇਂ ਮਰ ਮੁਰ ਜਾਵੇ। ਉਤਰਹਿ ਦੋਸ਼ ਕੀਨ ਅਗਿਆਨ। ਜਿਹੜਾ ਬੇਸਮਝੀ ਵਿੱਚ ਮਹਾਰਾਜ ਦਾ ਮੈਂ ਹੁਕਮ ਮੋੜਨਾ ਕੀਤਾ, ਜਿਹੜਾ ਉਗਣ ਜਾ ਗੁਨਾਹ ਜਾ ਮੇਰਾ ਲੱਥ ਜਾਏਗਾ। ਵਚਨ ਨ ਮਾਨਿਓ ਮੈਂ ਗੁਰ ਕੋ ਤਬ। ਲਿਖੋ ਤਦੋਂ ਮੈਂ ਕਿਹੋ ਜਿਹਾ ਮੂਰਖ ਨਿਕਲਿਆ, ਸਤਿਗੁਰੂ ਦਾ ਬਚਨ ਹੀ ਨਾ ਮੰਨਿਆ। ਕਿਦੋਂ ਭਇਓ ਅਪਰਾਧ ਜੋ ਸੋਏ। ਅਸਵਾ ਕਦੇ ਨਾ ਬਚਨ ਮੰਨਣ ਕਰਕੇ ਹੀ ਮੈਥੋਂ ਬਹੁਤ ਵੱਡਾ ਗੁਨਾਹ ਹੋ ਗਿਆ। ਦੇਨੋ ਉਚਿਤ ਹਤੋ ਮੈਂ ਦੀਏ ਨਾ। ਦੇਨੋ ਉਚਿਤ ਹਤੋ ਮੈਂ ਦੀਏ ਨਾ। ਕਹਿੰਦੇ ਬਾਜ ਸਤਿਗੁਰੂ ਨੂੰ ਦੇਣਾ ਯੋਗ ਸੀ, ਮੈਂ ਲਾਲਚੀ ਹੋ ਕੇ ਕੰਜੂਸ ਹੋ ਕੇ ਦਿੱਤਾ ਨਾ। ਜਾਂ ਤੇ ਦਸ਼ਾ ਬਾਜ ਅਸ ਹੋਏ। ਇਸੇ ਕਰਕੇ ਬਾਜ ਦੀ ਐਸੀ ਭੈੜੀ ਹਾਲਤ ਹੋ ਗਈ ਹੈ ਨਾ। ਏਵ ਵਿਚਾਰਤ ਤੁਰਤ ਤੁਰੰਗ ਚੜ। ਇਸ ਤਰ੍ਹਾਂ ਦੀ ਸੋਚ ਵਿਚਾਰ ਕਰਦਾ ਬੜੀ ਛੇਤੀ ਦੇ ਕੇ ਘੋੜੇ ਤੇ ਚੜ ਕੇ ਲੈ ਕਰ ਚੱਲਿਓ ਬਿਮਲ ਕੈ ਕੋ ਖੋਏ। ਹਾਂ ਦੇਰੀ ਗਵਾ ਕੇ ਛੇਤੀ ਚਲਿਆ ਹੈ। ਸ਼ੀਘਰ ਪਹੁੰਚਿਓ ਗੁਰੂ ਨਿਕਟ ਸੋ। ਗੁਰੂ ਮਹਾਰਾਜ ਦੇ ਕੋਲ ਬੜੀ ਛੇਤੀ ਜਾ ਪਹੁੰਚਾ ਹੈ। ਦੀਨ ਮਨਾ ਚਿਤ ਲਾਜ ਪਰੋਏ। ਮਨ ਵਿੱਚ ਬੜਾ ਇੰਨ ਮਾਣਾ ਹੋਇਆ, ਬੜੀ ਸ਼ਰਮੀ ਵਿੱਚ ਵੀ ਭਰਿਆ ਪਿਆ। ਬਾਜ ਬਿਠਾਏ ਗੁਰੂ ਕੇ ਆਗੇ। ਜਿਹੜਾ ਬਾਜ ਆ ਸਤਿਗੁਰੂ ਅੱਗੇ ਟਿਕਾਤਾ ਬਿਠਾ ਦਿੱਤਾ। ਕਰ ਜੋਰੇ ਜੋ
ਜੁਗ ਬਿਨੈ ਬਖਾਨ। ਦੋਵੇਂ ਹੱਥ ਜੋੜੇ ਤੇ ਬੇਨਤੀਆਂ ਕਰਨ ਲੱਗ ਪਿਆ। ਮਹਾਰਾਜ ਇਹੋ ਰਾਵਰ ਕੋ ਅਬ ਇਹ ਗੁਰੂ ਮਹਾਰਾਜ ਬਾਜ ਤਾਂ ਹੁਣ ਆਪ ਜਈ ਰਹੀ ਹੈ, ਸਮਝੋ। ਲੀਜਹਿ ਨਿਜ ਕੀਜਹਿ ਸਾਵਧਾਨ। ਮਹਾਰਾਜ ਆਪਣਾ ਬਾਜ ਆਪ ਲੈ ਲਓ, ਇਹਨੂੰ ਮਹਾਰਾਜ ਸਾਵਧਾਨ ਕਰ ਲੋ, ਠੀਕ ਠਾਕ ਕਰ ਲੋ। ਵਾਕ ਨ ਮਾਨਿਓ ਭਇਓ ਦੋਸ਼ ਵੱਡ। ਜਿਹੜਾ ਤੁਹਾਡਾ ਬਚਨ ਹੀ ਨਾ ਮੰਨਿਆ ਸੀ, ਇਹ ਬਹੁਤ ਵੱਡਾ ਮੈਥੋਂ ਅਵਗੁਣ ਹੋ ਗਿਆ। ਲੈ ਆਪ ਬਖਸ਼ਹੁ ਕਿਰਪਾ ਨਿਧਾਨ। ਇਹ ਕਿਰਪਾ ਦੇ ਖਜ਼ਾਨੇ ਬਾਜ ਲੈ ਕੇ ਉਹ ਗੁਨਾਹ ਮੇਰਾ ਮਾਫ ਕਰ ਦੇਵੋ। ਭੂਲਨ ਹਾਰ ਸਦਾ ਇਹੋ ਪ੍ਰਾਨੀ। ਜਿਹੜੇ ਪ੍ਰਾਣਾਧਾਰੀ ਜੀਵੇ ਤਾਂ ਹਮਾਰਾ ਹਮੇਸ਼ਾ ਭੁੱਲਾ ਕਰਨ ਵਾਲਾ ਹੀ ਹੈ। ਬਖਸ਼ਨ ਹਾਰ ਸੋ ਆਪ ਮਹਾਨ। ਆ ਮਹਾਨ ਸਤਿਗੁਰੂ ਮਾਰਾ ਭੁੱਲਾਂ ਗਲਤੀਆਂ ਬਖਸ਼ਣ ਵਾਲੇ, ਮਾਫ ਕਰਨ ਵਾਲੇ। ਕਹਾ ਭਇਓ ਤਬ ਸਤਿਗੁਰ ਬੂਝਿਓ। ਜਦੋਂ ਜ਼ਿਮੀਦਾਰ ਤੋਂ ਪੁੱਛਿਆ ਵੀ ਇਹ ਬਾਜ ਨੂੰ ਕੀ ਹੋ ਗਿਆ, ਸੁਨ ਤੋ ਫਤੂਹੀ ਸਗਲ ਸੁਣ ਬਤਾਏ। ਕੇ ਫਤੂਹੀ ਜ਼ਿਮੀਦਾਰ ਨੇ ਸਾਰੀ ਗੱਲ ਦੱਸੀ। ਤੁਮ ਢਿੱਗ ਤੇ ਮੈਂ ਜਾਏ ਬਿਠਾਏ। ਮਹਾਰਾਜ ਤੁਹਾਡੇ ਕੋਲੋਂ ਜਾ ਕੇ ਬਾਜ ਨੂੰ ਮੈਂ ਅੱਡੇ ਤੇ ਬਿਠਾ ਦਿੱਤਾ। ਰੇਸ਼ਮ ਡੋਰਾ ਲਿਓ ਲੰਗਾਏ। ਮੇਰੇ ਦੇਖਦਿਆਂ ਦੇਖਦਿਆਂ ਰੇਸ਼ਮ ਦੀ ਰੱਸੀ ਜੀ ਮਹਾਰਾਜ ਅੰਦਰ ਨੇ ਲੰਘਾ ਲਈ। ਤਤ ਛਿਨ ਭਇਓ ਬਿਹਾਲ ਮਰਨ ਕੋ। ਬੜੀ ਛੇਤੀ ਕਦੇ ਮਰਨ ਵਾਸਤੇ ਬੇਵਲ ਜਾ ਹੋ ਗਿਆ। ਪਹਿਚਾਨਿਓ ਆਨਿਓ ਉਤਲਾਏ। ਮੈਂ ਪਛਾਣ ਲਿਆ ਵੀ ਮਰ ਜਾਊਗਾ, ਜਿਸ ਕਰਕੇ ਛੇਤੀ ਲਿਆਂਦਾ ਹੈ। ਜੇ ਚਿਤ ਚਾਹੋ ਜਿਵਾਏ ਲੇਹ ਪ੍ਰਭ। ਇਹ ਗੁਰੂ ਮਹਾਰਾਜ ਜੇ ਚਿਤ ਵਿੱਚ ਚਾਹੁੰਦੇ ਆ ਤੇ ਫਿਰ ਉਹਨੂੰ ਜਿਉਂਦਾ ਰੱਖ ਲਓ। ਨਾ ਤੁਰ ਮਰਹਿ ਨਹੀਂ ਬਿਲ ਮਾਰੇ। ਨਹੀਂ ਤਾਂ ਹੁਣ ਦੇਰੀ ਨਹੀਂ, ਮਹਾਰਾਜ ਨੇ ਮਰ ਹੀ ਜਾਣਾ ਹੈ। ਸੁਨ ਸ੍ਰੀ ਹਰਗੋਬਿੰਦ ਚੰਦ ਗੁਰ। ਹਾਂ, ਜ਼ਿਮੀਦਾਰ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਚੰਦਰਮਾ ਦੀ ਪੂਰਨਮਾਸੀ ਦੇ ਚੰਦਰਮਾ ਵਾਂਗ ਮਹਾਨ ਪ੍ਰਕਾਸ਼ਵਾਨ ਹੈ, ਆਪਣੇ ਹਾਥ ਬਿਠਾਵਨ ਕੀ। ਔਰ ਜ਼ਿਮੀਦਾਰ ਤੋਂ ਲੈ ਕੇ ਆਪਣੇ ਹੱਥ ਉੱਪਰ ਬਿਠਾ ਲੈਣ ਕੀਤਾ ਹੈ। ਕਹਿਤ ਭਏ ਕਿਸ ਕਾਰਨ ਕਰਕੇ। ਬਾਜ ਨੂੰ ਕਹਿਣ ਲੱਗੇ ਵੀ ਕਿਸ ਕਾਰਨ ਕਰਕੇ। ਦੋਰਾ ਬਦਨ ਨਿਗਲ ਤੈ ਲੀ। ਤੂੰ ਤਾਂ ਵੀ ਬੜਾ ਸਿਆਣਾ ਸੀ, ਇਹ ਮੁਖ ਦੇ ਵਿੱਚ ਕਿਵੇਂ ਰੇਸ਼ਮ ਦੀ ਰੱਸੀ ਜੀ ਅੰਦਰ ਤੂੰ ਲੰਘਾ ਲਈ ਹੈ। ਜਿਮ ਨਿਗਲਿਓ ਤਿਮ ਉਗਲ ਤੁੰਡ ਤੇ। ਲੈ ਬਈ ਬਾਜ, ਜਿਵੇਂ ਤੂੰ ਮੂੰਹ ਵਿੱਚ ਰੇਸ਼ਮ ਰੱਸੀ ਲੰਘਾਈ ਸੀ, ਉਵੇਂ ਮੂੰਹ ਥਾਈ ਤੂੰ ਬਾਹਰ ਕੱਢ ਦੇ। ਸਾਵਧਾਨ ਬਨ ਕੈ ਬਲ ਪੀਨ। ਵਈ ਐ ਤਕੜਾ ਬਣ ਕੇ ਬਲਬਾਲਾ ਬਣ ਠਣ ਕੇ। ਇਮ ਭਨ ਤੇ ਤਤ ਛਿਨ ਹੀ ਮੁਖ ਤੇ। ਇੰਨਾ ਮਹਾਰਾਜ ਦੇ ਸਤਿਗੁਰੂ ਦੇ ਕਹਿਣ ਦੀ ਦੇਰੀ ਸੀ, ਬੜੀ ਛੇਤੀ ਆਪਣੇ ਮੁਖ ਤੋਂ ਰੇਸ਼ਮ ਡੋਰ ਉਗਲ ਕਰ ਦੀਨ। ਚਾਟੀ ਇਹਨੇ ਕਹਿੰਦੇ ਰੇਸ਼ਮ ਦੀ ਡੋਰ ਬਾਹਰ ਕੱਢ ਮਾਰੀ ਹੈ। ਦੋਹਰਾ ਪਰਿਓ ਗੁਰੂ ਆਗੇ ਤਬ ਹੈ। ਉਸ ਵੇਲੇ ਜਿਹੜਾ ਜ਼ਿਮੀਂਦਾਰ ਸਤਿਗੁਰੂ ਦੇ ਅੱਗੇ ਟਹਿ ਪਿਆ ਹੈ, ਕੀਨ ਬਿਲੋਕਨ ਡੋਰ। ਤੇ ਉਧਰ ਜਿਹੜੀ ਡੋਰ ਜੀ ਹੈ ਬਾਹਰ ਕੱਢੀ ਦੇਖੀ ਹੈ। ਹਿਰਦੈ ਫਤੂਹੀ ਬਿਸਮ ਕਰ। ਜਿਹੜਾ ਫਤੂਹੀ ਜ਼ਿਮੀਂਦਾਰ ਦੇ ਵਿੱਚ ਬੜਾ ਆਸ਼ਚਰਜ ਹੋ ਰਿਹਾ ਹੈ। ਰਹਿਓ ਜੁਗਲ ਕਰ ਜੋ। ਦੋਵੇਂ ਹੱਥ ਜੋੜਿਆ ਵੀ ਧੰਨੋ ਮਹਾਰਾਜ। ਸ੍ਰੀ ਸਤਿਗੁਰ ਸਮਰੱਥ ਤੁਮ। ਹੈ ਸਤਿਗੁਰੂ ਤੁਸੀਂ ਸਰਵ ਕਲਾ ਸਮਰੱਥ ਹੋ, ਸਭ ਵਿਦ ਸ਼ਕਤ ਵਿਸਾਲ। ਸਭ ਤਰ੍ਹਾਂ ਕਰਕੇ ਮਹਾਨ ਸ਼ਕਤੀਆਂ ਵਾਲੇ ਹੋ। ਮਾਰਨ ਅਬ ਅਰ ਜਿਵਾਵਨ। ਕਿਸੇ ਨੂੰ ਮਾਰ ਦੇਣਾ, ਕਿਸੇ ਨੂੰ ਹਮੇਸ਼ਾ ਜਿਉਂਦੇ ਰੱਖਣਾ। ਕਰਹੋ ਬਾਕ ਕੇ ਇਹ ਨਾਲ। ਤਾਂ ਆਪ ਜੀ ਦੇ ਬਚਨ ਨਾਲ ਹੀ ਮਾਰਾ ਕਰ ਕਰਾ ਦਿੰਨੇ ਹੋ, ਜਿਉਂਦਾ ਵੀ ਰੱਖ ਸਕਦੇ ਹੋ, ਮਾਰ ਵੀ ਦਿੰਨੇ ਹੋ। ਕਰਿਓ ਦੋਸ਼ ਸੋ ਬਖਸ਼ੀਏ। ਮੈਂ ਜਿਹੜਾ ਮਾਰਾ ਬਚਨ ਨਹੀਂ ਨਾ ਮੰਨਿਆ, ਗੁਨਾਹ ਕੀਤਾ ਸੀ, ਉਹ ਮਾਫ ਕਰ ਦਈਏ। ਲੀਜਹਿ ਬਾਜ ਸੰਭਾਲ। ਹੁਣ ਮਾਰਾ ਪੱਕੇ ਤੌਰ ਤੇ ਜਿਹੜਾ ਬਾਜ ਨੂੰ ਸੰਭਾਲ ਲਈਏ। ਇਮ ਕਹਿ ਗਮਨਿਓ ਸਦਨ ਕੋ। ਇਸ ਤਰ੍ਹਾਂ ਇਹ ਫਤੂਹੀ ਨਾਮ ਦਾ ਜ਼ਿਮੀਦਾਰ ਕਹਿ ਕੇ ਘਰ ਵੱਲ ਨੂੰ ਮੁੜੇ ਆਇਆ। ਕਰ ਬੰਧਨ ਤਤਕਾਲ। ਬੜੀ ਛੇਤੀ ਨਮਸਕਾਰ ਕਰਕੇ ਘਰ ਵੱਲ ਨੂੰ ਮੁੜੇ ਆਇਆ ਹੈ। ਇਸ ਤਰ੍ਹਾਂ ਇਹ ਗੁਜਰਵਾਲ ਨਗਰ ਤੋਂ ਬਾਹਰ ਸਤਿਗੁਰੂ ਜੀ ਨੇ ਚਰਿ ਕੌਤਕ ਕੀਤਾ, ਜੋ ਅੱਜ ਦੇ ਇਤਿਹਾਸ ਰਾਹੀਂ ਆਪਾਂ ਪ੍ਰਸੰਗ ਬੜੇ ਵਿਸਥਾਰ ਨਾਲ ਸੁਣਿਆ ਹੈ। ਇੱਥੋਂ ਅੱਗੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਕਰਤਾਰਪੁਰ ਸਾਹਿਬ ਪਹੁੰਚੇ, ਉਹ ਸਾਰਾ ਪ੍ਰਸੰਗ ਅਗਲੇ ਅੰਸ਼ਾਂ ਵਿੱਚ ਆਏਗਾ।
ਉਹ ਤਾਂ ਇਸੇ ਤਰ੍ਹਾਂ ਫੇਰ ਸਰਵਣ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਕਰਿਓ ਦੋਸ਼ ਸੋ ਬਖਸ਼ੀਏ, ਲੀਜਹਿ ਬਾਜ ਸੰਭਾਲ। ਇਮ ਕਹਿ ਗਮਨਿਓ ਸਦਨ ਕੋ, ਕਰ ਬੰਦਨ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ